6-7 दिन हो गया मेरी सिस्टर बीमार पई है, इन्हू बिल्कुल भी होश नहीं है। ਇਹਦਾ ਗਲਾ ਫੜ ਕੇ ਇਹਨਾਂ ਨੂੰ ਬਾਲ ਫੜ ਕੇ ਕਿਸੇ ਨੇ ਨਹੀਂ ਛੱਡਿਆ। ਇਹ ਅਜੇ ਤੱਕ ਇਦਾਂ ਹੀ ਆ। ਸਾਨੂੰ ਸਿਰਫ ਇਨਸਾਫ ਚਾਹੀਦਾ ਕਿ ਜੇ ਸਾਡੇ ਪਾਪਾ ਨਹੀਂ ਆ, ਬ੍ਰਦਰ ਨਹੀਂ ਆ, ਕਿ ਸਾਡਾ ਕਿਤੇ ਵੀ ਇਨਸਾਫ। ਇਹ ਸਾਰਾ ਧੱਕੇਸ਼ਾਹੀ ਚੱਲ ਰਹੀ ਹੈ ਜੀ, ਬੈਦ ਸਾਹਿਬ ਦੀ ਸ਼ਹਿ ਦੇ ਵਿੱਚ ਚੱਲ ਰਹੀ ਹੈ। ਮੈਂ ਸ਼ਰੇਆਮ ਕਹੂੰਗੀ ਕਿ ਬੈਦ ਸਾਹਿਬ ਨੂੰ ਨਹੀਂ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਕੀ ਹਾਲਾਤ ਨੇ। ਇਹ ਹਲਕੇ ਦੀਆਂ ਤੀਜੀ ਚੌਥੀ ਘਟਨਾ ਮੇਰੇ ਕੋਲ ਪਹੁੰਚੀ ਆ। ਮੈਨੂੰ ਨਹੀਂ ਪਤਾ ਪਰ ਉਹ ਬਹੁਤ ਗੁੰਡੇ ਮਵਾਲੀ ਬਹੁਤ ਜ਼ਿਆਦਾ ਕਰਦੇ ਆ। ਜਦੋਂ ਮੈਂ ਉਹ ਸਾਡੀ ਗੱਡੀ ਸਾਈਡ ਤੇ ਲਗਾਈ ਸੀ ਪਿੰਡ ਦੇ ਦਰਵਾਜ਼ੇ ਕੋਲ, ਤੇ ਉਹ ਪਹਿਲਾਂ ਇੰਨੀਆਂ ਗੰਦੀਆਂ ਮੰਦੀਆਂ ਗਾਲਾਂ ਕੱਢਦਾ ਪਿਆ ਸੀ। ਤੇ ਮੈਂ ਜਦੋਂ ਸੁਣਿਆ ਕਿ ਇਹ ਬੋਲਦਾ ਪਿਆ, ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਬ੍ਰਦਰ ਇਹ ਸਾਡੀ ਗੱਡੀ ਖੜੀ ਆ, ਵੀ ਅਸੀਂ ਚਰਚ ਤੋਂ ਆਏ ਆ, ਵੀ ਅਸੀਂ ਹੁਣੀ ਉਹ ਦੀਦੀ ਹੁਣੀ ਛੱਡ ਕੇ ਸਾਨੂੰ ਚਲੇ ਜਾਣਗੇ ਸੀ। ਮੈਂ ਪਾਣੀ ਲੈਣੇ, ਪਾਣੀ ਨਹੀਂ ਸੀ ਸਾਡੇ ਘਰੇ। ਇੱਕ ਬੱਚੀ ਨੂੰ ਦਲਿਤ ਸਮਝ ਕੇ ਬੁਰੇ ਤਰੀਕੇ ਨਾਲ, ਦਰਦਨਾਕ ਤਰੀਕੇ ਨਾਲ ਕੁੱਟਿਆ ਗਿਆ। ਬੱਚੀ ਦਾ ਪਿਓ ਹੈ ਨਹੀਂ, ਭਰਾ ਹੈ ਨਹੀਂ, 3 ਭੈਣਾਂ ਤੇ ਮਾਂ ਨੂੰ ਬੁਰੇ ਤਰੀਕੇ ਨਾਲ ਮਾਰਿਆ ਗਿਆ। ਸਿਰਫ ਇੱਕ ਗੱਡੀ ਪਾਰਕ ਕਰੀ ਹੋਈ ਸੀ ਤੇ ਬੱਚੀਆਂ ਪਾਣੀ ਪੀ ਰਹੀਆਂ ਸੀ। ਤੋਂ ਵੱਡੀ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਦੇਸ਼ ਵਿਦੇਸ਼ ਮੀਡੀਆ, ਮੈਂ ਬਾਕੀ ਮੀਡੀਆ ਵਾਲਿਆਂ ਨੂੰ ਵੀ ਰਿਕੁਐਸਟ ਕਰਦੀ ਹਾਂ ਕਿ ਸਾਡੇ ਤੱਕ ਦੇਸ਼ ਵਿਦੇਸ਼ ਮੀਡੀਆ ਦੇ ਜਿਹੜੇ ਰਿਪੋਰਟਰ ਨੇ, ਸਾਨੂੰ ਉਹਨਾਂ ਨੇ ਹੀ ਇਹ ਨਿਊਜ਼ ਦਿੱਤੀ ਆ ਕਿ ਇਸ ਜਗ੍ਹਾ ਦੇ ਉੱਤੇ ਆ ਧੱਕਾ ਹੋਇਆ ਜੀ। ਪਹਿਲਾਂ ਉਹਨਾਂ ਤੱਕ ਇਹ ਗੱਲ ਪਹੁੰਚੀ ਸੀ ਤੇ ਮੈਂ ਦੇਸ਼ ਵਿਦੇਸ਼ ਮੀਡੀਆ ਦਾ ਥੈਂਕ ਯੂ ਕਰਦੀ ਹਾਂ ਕਿ ਅੱਜ ਵੀ ਉਹ ਸਾਡੇ ਨਾਲ ਖੜੇ ਨੇ। ਅਗਰ ਸਾਰਾ ਮੀਡੀਆ ਇਸ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਾਣ, ਆਪਣੀ ਤੀਸਰੀ ਅੱਖ ਖੋਲ੍ਹ ਕੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਦੇ ਬਾਰੇ ਸਾਡੇ ਵਰਗੇ ਸੇਵਾਦਾਰ ਲੋਕਾਂ ਨੂੰ ਦੱਸ ਸਕਣ ਤੇ ਅਸੀਂ ਸਮਾਜ ਦੀ ਸੇਵਾ ਕਰ ਸਕੀਏ। ਮੈਨੂੰ ਨਹੀਂ ਪਤਾ ਪਰ ਉਹ ਬਹੁਤ ਗੁੰਡੇ ਮਵਾਲੀ ਬਹੁਤ ਜ਼ਿਆਦਾ ਕਰਦੇ ਆ। ਜਦੋਂ ਮੈਂ ਉਹ ਸਾਡੀ ਗੱਡੀ ਸਾਈਡ ਤੇ ਲਗਾਈ ਸੀ ਪਿੰਡ ਦੇ ਦਰਵਾਜ਼ੇ ਕੋਲ, ਤੇ ਉਹ ਪਹਿਲਾਂ ਇੰਨੀਆਂ ਗੰਦੀਆਂ ਮੰਦੀਆਂ ਗਾਲਾਂ ਕੱਢਦਾ ਪਿਆ ਸੀ। ਤੇ ਮੈਂ ਜਦੋਂ ਸੁਣਿਆ ਕਿ ਇਹ ਬੋਲਦਾ ਪਿਆ, ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਬ੍ਰਦਰ ਇਹ ਸਾਡੀ ਗੱਡੀ ਖੜੀ ਆ, ਵੀ ਅਸੀਂ ਚਰਚ ਤੋਂ ਆਏ ਆ, ਵੀ ਅਸੀਂ ਹੁਣੀ ਉਹ ਦੀਦੀ ਹੁਣੀ ਛੱਡ ਕੇ ਸਾਨੂੰ ਚਲੇ ਜਾਣਗੇ ਸੀ। ਮੈਂ ਪਾਣੀ ਲੈਣੇ, ਪਾਣੀ ਨਹੀਂ ਸੀ ਸਾਡੇ ਘਰੇ। ਕਿ ਜੇ ਬੱਚੀ ਮੈਡੀਕਲੀ ਫਿੱਟ ਆ ਡਾਕਟਰ ਸਾਹਿਬ ਦੇ ਹਿਸਾਬ ਨਾਲ, ਤਾਂ ਫਿਰ ਉਹਨਾਂ ਨੇ ਇੰਨੇ ਦਿਨਾਂ ਤੋਂ ਐਡਮਿਟ ਕਰਕੇ ਕਿਉਂ ਰੱਖੀ, ਕਿਉਂ ਟ੍ਰੀਟਮੈਂਟ ਕੀਤਾ, ਕਿਉਂ ਐਡੇ ਐਡੇ ਵੱਡੇ ਬਿੱਲ ਬਣਾਏ। ਅਗਰ ਸਿਵਲ ਹਸਪੀਟਲ ਤੋਂ ਬੱਚੀ ਇਹਨਾਂ ਕੋਲ ਰੈਫਰ ਹੋਈ ਤਾਂ ਫਿਰ ਇਹਨਾਂ ਨੇ ਕਿਉਂ ਐਡਮਿਟ ਕੀਤੀ। ਸਾਨੂੰ ਕਹਿੰਦੇ ਜੇ ਪਿੰਡ 'ਚ ਕੁੜੀਆਂ ਬੜੀਆਂ, ਕਹਿੰਦੇ ਅਸੀਂ ਇਹਨਾਂ ਨੂੰ ਮਾਰ ਦੇਣਾ ਆ। ਸਿਕੰਦਰ ਸਿੰਘ ਹਜੇ ਵੀ ਕੁਛ ਨਹੀਂ, ਸਾਰੇ ਪਿੰਡਾਂ 'ਚ ਇਹੀ ਰੋਲਾ ਪਾ ਰਹੇ, ਕਹਿੰਦੇ ਮੈਂ ਇਹਨਾਂ ਨੂੰ ਮਾਰ ਦੇਣਾ, ਮੈਂ ਪਿੰਡ 'ਚ ਨਹੀਂ ਇਹਨਾਂ ਨੂੰ ਵੜਨ ਦੇਣਾ। ਮੈਂ ਤਾਂ ਸਿਰਫ 2 ਕੁਐਸਚਨ ਜਾਣਦੀ ਆ ਕਿ ਮੈਡੀਕਲ ਸਕੈਮਰ ਬਹੁਤ ਵੱਡੇ ਵੱਡੇ ਹਸਪੀਟਲਾਂ 'ਚ ਹਰ ਇੱਕ ਨੇ ਆਪਣੀ ਵਪਾਰਕ ਦੁਕਾਨ ਖੋਲੀ ਹੋਈ ਆ। ਹਸਪੀਟਲ ਦੇ ਨਾਂ ਦੇ ਉੱਤੇ ਧੱਕਾ ਹੋ ਰਿਹਾ ਔਰ ਅਮੀਰਾਂ ਦੀ ਸ਼ਰਨ ਦੇ ਵਿੱਚ, ਸਰਕਾਰੀ ਟੌਟਾਂ ਦੀ ਸ਼ਰਨ ਦੇ ਵਿੱਚ ਹਸਪੀਟਲ ਚੱਲ ਰਹੇ ਨੇ। ਇਹ ਜਾਤੀ ਸੂਚਕ ਜਿਹੜੇ ਲਫ਼ਜ਼, ਇਹ ਮਨੂਵਾਦੀ ਸੋਚ ਜਿਹੜੀ ਪੰਜਾਬ ਦੇ ਵਿੱਚ ਨਵੀਂ ਉਤਪੰਨ ਹੋ ਰਹੀ ਆ। ਇਹ ਹੁਸ਼ਿਆਰਪੁਰ ਦਾ ਵੀ ਇੱਕ ਕੇਸ ਮੇਰੇ ਕੋਲ ਸਾਹਮਣੇ ਆਇਆ ਕਿ ਉੱਥੋਂ ਦੇ ਬੈਂਸਾ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ ਆ, ਮੇਰੇ ਕੋਲ ਵੀਡੀਓ ਪਈ ਆ ਕਿ ਉੱਥੇ ਸਰਪੰਚ ਨੇ, ਮੈਨੂੰ ਤਾਂ ਇਹ ਸੁਣਨ 'ਚ ਆਇਆ ਕਿ ਸਰਪੰਚ ਸਾਹਿਬ ਨੇ ਅਨਾਉਂਸਮੈਂਟ ਕਰਾਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਕੋਈ ਵੀ ਸ਼ਡਿਊਲ ਕਾਸਟ, ਐਸਸੀ ਕਾਸਟ ਨੂੰ ਬਿਲੋਂਗ ਕਰਦਾ ਰਾਮਦਾਸੀਆ ਭਰਾ ਹੋਵੇ, ਮਜਬੀ ਵੀਰ ਹੋਵੇ, ਜਾਂ ਕੋਈ ਵੀ ਐਸਸੀ ਕਾਸਟ ਨੂੰ ਬਿਲੋਂਗ ਕਰਦਾ ਬੰਦਾ ਗੁਰਦੁਆਰਾ ਸਾਹਿਬ ਦੀ ਦੇਲੀ ਤੇ ਨਹੀਂ ਚੜੇਗਾ ਤੇ 10,000 ਰੁਪਏ ਉਹਨੂੰ ਜੁਰਮਾਨਾ ਹੈ। ਅਤੇ ਛੋਟੀ ਬੱਚੀ ਨੂੰ ਜਿਹੜੀ ਵਿਚਾਰੀ ਗੁਰਦੁਆਰਾ ਗੁਰੂ ਘਰ ਚੋਂ ਪਾਣੀ ਭਰ ਰਹੀ ਸੀ, ਉਹਨੂੰ ਬੰਦਿਆਂ ਵੱਲੋਂ ਲੱਤਾਂ ਦੇ ਨਾਲ ਮਾਰਿਆ ਜਾਣਾ, ਚਪੇੜਾਂ ਮਾਰੀਆਂ ਜਾਣੀਆਂ, ਕਿੰਨੀ ਮਾੜੀ ਗੱਲ ਹੈ। ਪੁਲਿਸ ਨੂੰ ਸ਼ਾਇਦ ਇਹ ਗੱਲ ਸੁਣਦੀ ਨਹੀਂ, ਨਾ ਉਹਨਾਂ ਨੂੰ ਦਿਖਦਾ ਵੀ ਇੱਕ ਔਰਤ ਦੇ ਹੱਥ ਚੱਕਣਾ ਤੇ ਉਹਨੂੰ ਬੇਇੱਜ਼ਤ ਕਰਨਾ ਕਿਹੜੀ ਧਾਰਾ ਲੱਗਦੀ ਹੈ, ਤੇ ਨਾਲੇ ਕਿਸੇ ਦੇ ਧਰਮ ਬਾਰੇ ਬੇਹੂਦੀਆਂ ਗੱਲਾਂ ਕਰਨੀਆਂ ਉਹ ਕਿਹੜੀ ਧਾਰਾ ਲੱਗਦੀ ਹੈ। ਉਹ ਸਾਡੀਆਂ ਇਹਦੇ ਨਾਲ ਸੈਂਟੀਮੈਂਟਸ, ਕੱਪੜੇ ਤੱਕ ਫਾੜੇ ਗਏ, ਜਿਹੜੇ ਬੱਚੀਆਂ ਦੇ ਕੱਪੜੇ ਤੱਕ ਫਾੜੇ ਗਏ, ਇਹਨਾਂ ਨੂੰ ਉਹ ਚੀਜ਼ਾਂ ਦਿਖ ਨਹੀਂ ਰਹੀਆਂ। ਸਤਿ ਸ਼੍ਰੀ ਅਕਾਲ। ਦੇਸ਼ ਵਿਦੇਸ਼ ਟਾਈਮ ਦੇਖਣ ਤੁਸੀਂ, ਮੈਂ ਹਾਂ ਵਿਸ਼ਾਲ ਸ਼ਾਰਦਾ। ਪਿਛਲੇ ਦਿਨ ਦੇਸ਼ ਵਿਦੇਸ਼ ਚੈਨਲ ਦੇ ਉੱਤੇ ਇੱਕ ਖਬਰ ਹੈ ਜਿਹੜੀ ਪ੍ਰਸਾਰਿਤ ਕੀਤੀ ਸੀ, ਜਿਸ ਦੇ ਵਿੱਚ ਇੱਕ ਦਲਿਤ ਪਰਿਵਾਰ ਨਾਲ ਜਿਹੜੀ ਕੁੱਟਮਾਰ ਹੈ ਜਿਹੜੀ ਹੋਈ ਸੀ ਪਿੰਡ ਘਵੱਦੀ ਦੇ ਵਿੱਚ, ਔਰ ਲੜਕੀ ਤਕਰੀਬਨ 5-6 ਦਿਨਾਂ ਤੋਂ ਜਿਹੜੀ ਬੇਹੋਸ਼ ਪਈ ਸੀਗੀ। ਕਿਤੇ ਨਾ ਕਿਤੇ ਇੱਕ ਇਲਜ਼ਾਮ ਪਰਿਵਾਰ ਵੱਲੋਂ ਲਗਾਇਆ ਗਿਆ ਸੀ ਕਿ ਪਿੰਡ ਦਾ ਹੀ ਮਨਜੀਤ ਸਿੰਘ ਨਾਂ ਦਾ ਵਿਅਕਤੀ ਜਿਹਨੇ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਹੈ,
ਔਰ ਇਸ ਕਦਰ ਕੀਤੀ ਹੈ ਕਿ ਉਹਨਾਂ ਦੇ ਜਵਾਨ ਕੁੜੀਆਂ ਦੇ ਕੱਪੜੇ ਪਾੜੇ ਗਏ ਔਰ ਇੰਨੀ ਕੁ ਜ਼ਿਆਦਾ ਕੁੱਟਮਾਰ ਹੋਈ ਹੈ ਕਿ ਲੜਕੀ ਤਕਰੀਬਨ 6 ਦਿਨ ਹੋ ਚੱਲੇ ਨੇ ਕਿ ਬੇਹੋਸ਼ ਪਈ ਹੈ। ਤੇਜੀ ਸੰਧੂ ਸਾਡੇ ਨਾਲ ਮੌਜੂਦ ਨੇ, ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਔਰ ਈਸਾਈ ਭਾਈਚਾਰਾ ਸਾਡੇ ਨਾਲ ਮੌਜੂਦ ਹੈ, ਕਿਉਂਕਿ ਲੜਕੀ ਦਾ ਇਹ ਵੀ ਕਹਿਣਾ ਸੀਗਾ ਕਿ ਅਸੀਂ ਸੰਡੇ ਵਾਲੇ ਦਿਨ ਚਰਚ ਤੋਂ ਅਸੀਂ ਵਾਪਸ ਆਏ ਸੀਗੇ, ਗੱਡੀ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀਗਾ। ਸੋ ਗੱਲਬਾਤ ਕਰਦੇ ਹਾਂ ਤੇਜੀ ਸੰਧੂ ਹੋਰਾਂ ਦੇ ਨਾਲ। ਮੈਮ, ਕੀ ਦੇਖਦੇ ਹੋ ਤੁਸੀਂ? ਡਾਕਟਰ ਸਾਹਿਬ ਦਾ ਕਹਿਣਾ ਕਿ ਮੇਜਰ ਇੰਜਰੀ ਨਹੀਂ ਸੀ, ਤਾਂ ਕਰਕੇ ਕੋਈ ਐਡੀ ਖਾਸ ਗੱਲ ਨਹੀਂ ਹੈ, ਕੁੜੀ ਮੈਂਟਲੀ ਸ਼ੌਕ ਦੇ ਵਿੱਚ। ਤੁਸੀਂ ਆਪ ਹੀ ਦੇਖਿਆ ਜੀ, ਅਸੀਂ ਤਾਂ ਲਾਈਵ ਵੀ ਦਿਖਾਇਆ ਜਨਤਾ ਨੂੰ ਕਿ ਜੇ ਬੱਚੀ ਮੈਡੀਕਲੀ ਫਿੱਟ ਆ ਡਾਕਟਰ ਸਾਹਿਬ ਦੇ ਹਿਸਾਬ ਨਾਲ, ਤਾਂ ਫਿਰ ਉਹਨਾਂ ਨੇ ਇੰਨੇ ਦਿਨਾਂ ਤੋਂ ਐਡਮਿਟ ਕਰਕੇ ਕਿਉਂ ਰੱਖੀ, ਕਿਉਂ ਟ੍ਰੀਟਮੈਂਟ ਕੀਤਾ, ਕਿਉਂ ਐਡੇ ਐਡੇ ਵੱਡੇ ਬਿੱਲ ਬਣਾਏ? ਅਗਰ ਸਿਵਲ ਹਸਪੀਟਲ ਤੋਂ ਬੱਚੀ ਇਹਨਾਂ ਕੋਲ ਰੈਫਰ ਹੋਈ ਤਾਂ ਫਿਰ ਇਹਨਾਂ ਨੇ ਕਿਉਂ ਐਡਮਿਟ ਕੀਤੀ? ਮੈਂ ਤਾਂ ਸਿਰਫ 2 ਕੁਐਸਚਨ ਜਾਣਦੀ ਆ ਕਿ ਮੈਡੀਕਲ ਸਕੈਮਰ ਬਹੁਤ ਵੱਡੇ ਵੱਡੇ ਹਸਪੀਟਲਾਂ 'ਚ ਹਰ ਇੱਕ ਨੇ ਆਪਣੀ ਵਪਾਰਕ ਦੁਕਾਨ ਖੋਲੀ ਹੋਈ ਆ, ਹਸਪੀਟਲ ਦੇ ਨਾਂ ਦੇ ਉੱਤੇ ਧੱਕਾ ਹੋ ਰਿਹਾ ਔਰ ਅਮੀਰਾਂ ਦੀ ਸ਼ਰਨ ਦੇ ਵਿੱਚ, ਸਰਕਾਰੀ ਟੌਟਾਂ ਦੀ ਸ਼ਰਨ ਦੇ ਵਿੱਚ ਹਸਪੀਟਲ ਚੱਲ ਰਹੇ ਨੇ। ਤੇ ਮੈਂ ਹਸਪੀਟਲਾਂ ਦੇ ਖਿਲਾਫ ਨਹੀਂ ਆ, ਮੇਰੀਆਂ 2-3 ਵੀਡੀਓ ਹਸਪੀਟਲ ਦੇ ਲਈ ਆਈਆਂ ਨੇ, ਮੈਂ ਸਿਰਫ ਹਸਪੀਟਲਾਂ ਦੇ ਖਿਲਾਫ ਨਹੀਂ ਆ, ਮੈਂ ਇਸ ਵਾਰ ਇਸ ਬੱਚੀ ਦੇ ਨਾਲ ਖੜੀ ਆ। ਵਿੰਗ ਆ ਸਟੇਟ ਪ੍ਰੈਜ਼ੀਡੈਂਟ ਵੂਮਨ ਵਿੰਗ ਤੇਜੀ ਸੰਧੂ ਆਮ ਆਦਮੀ ਪਾਰਟੀ ਵੱਲੋਂ। ਮੈਨੂੰ ਰਾਤ ਇਹ ਪਤਾ ਚੱਲਿਆ ਔਰ ਮੈਨੂੰ ਮਤਲਬ ਇੰਨੀ ਕੁ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੋਈ ਆ। ਅਸੀਂ ਇਹੋ ਜਿਹੇ ਸਮਾਜ ਵਿੱਚ, ਇਹੋ ਜਿਹੇ ਦੇਸ਼ 'ਚ, ਇਹੋ ਜਿਹੇ ਪੰਜਾਬ 'ਚ ਰਹਿ ਰਹੇ ਹਾਂ, ਇਹੋ ਜਿਹੇ ਲੋਕਾਂ ਦੇ ਵਿੱਚ ਰਹਿ ਰਹੇ ਹਾਂ ਜਿਨ੍ਹਾਂ ਨੂੰ ਧੀਆਂ ਭੈਣਾਂ ਦੀ ਇੱਜ਼ਤ ਦੀ ਬਿਲਕੁਲ ਸ਼ਰਮ ਨਹੀਂ ਰਹੀ। ਇੱਕ ਬੱਚੀ ਨੂੰ ਦਲਿਤ ਸਮਝ ਕੇ ਬੁਰੇ ਤਰੀਕੇ ਨਾਲ, ਦਰਦਨਾਕ ਤਰੀਕੇ ਨਾਲ ਕੁੱਟਿਆ ਗਿਆ। ਬੱਚੀ ਦਾ ਪਿਓ ਹੈ ਨਹੀਂ, ਭਰਾ ਹੈ ਨਹੀਂ, 3 ਭੈਣਾਂ ਤੇ ਮਾਂ ਨੂੰ ਬੁਰੇ ਤਰੀਕੇ ਨਾਲ ਮਾਰਿਆ ਗਿਆ। ਸਿਰਫ ਇੱਕ ਗੱਡੀ ਪਾਰਕ ਕਰੀ ਹੋਈ ਸੀ ਤੇ ਬੱਚੀਆਂ ਪਾਣੀ ਪੀ ਰਹੀਆਂ ਸੀ ਔਰ ਜਾਤੀ ਸੂਚਕ ਲਫ਼ਜ਼ ਕਿ ਮੈਂ ਉਹ ਬੋਲ ਨਹੀਂ ਸਕਦੀ, ਜੋ ਇੰਨੀਆਂ ਗੰਦੀਆਂ ਗਾਲਾਂ ਉਹ ਬੱਚੀ ਨੇ ਲਾਈਵ 'ਚ ਦੱਸੀਆਂ ਨੇ ਕਿ ਮੇਰੇ ਨਾਲ ਆ ਕੁਛ ਹੋਇਆ। ਉਹਦੀ ਮਾਂ ਦਾ ਸਿਰ ਭੰਨਿਆ ਗਿਆ, ਭਰਾ ਨੂੰ ਕੁੱਟਿਆ ਗਿਆ, ਚਾਚੇ ਤਾਇਆਂ ਨੂੰ ਮਾਰਿਆ ਗਿਆ, 3 ਭੈਣਾਂ ਨੂੰ ਮਾਰਿਆ ਗਿਆ। ਇੱਕ ਬੱਚੀ ਦੀ ਹਾਲਾਤ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਬੇਹੋਸ਼ੀ ਦੀ ਹਾਲਾਤ। 7 ਦਿਨ ਹੋ ਗਏ, ਕੋਈ ਬੱਚਾ, ਕੋਈ ਬੰਦਾ, ਕੋਈ ਪੇਸ਼ੈਂਟ ਡਰਾਮਾ ਕਰ ਸਕਦਾ ਹੈ? ਡਾਕਟਰ ਸਾਹਿਬ ਸੀਰੀਅਸਲੀ ਮੈਂ ਕਹਿ ਰਹੀ ਹਾਂ ਡਾਇਰੈਕਟ ਡਿਫੈਂਡ ਕਰ ਰਹੇ ਆ ਉਹਨਾਂ ਨੂੰ ਜਿਹੜੇ ਬੰਦੇ ਇਸ ਚੀਜ਼ ਦੇ ਦੋਸ਼ੀ ਨੇ। ਇਹ ਦੋਸ਼ੀਆਂ ਦੀ ਸਪੋਰਟ 'ਚ ਹੋ ਰਿਹਾ। ਲੋਕਲ ਚੌਂਕੀ ਨੇ ਦਬਾਅ ਪਾਇਆ ਬਿਆਨ ਦੇਣ ਲਈ, ਲੇਕਿਨ ਨਹੀਂ ਦਿੱਤੇ ਉਹਨਾਂ ਨੇ ਬਿਆਨ। ਹੁਣ ਪੁਲਿਸ ਚੌਂਕੀ ਦਾ ਕੀ ਫਰਜ਼ ਬਣਦਾ ਸੀ? ਉਹਨਾਂ ਬੰਦਿਆਂ ਨੂੰ ਅਰੈਸਟ ਕਰਨਾ। ਜਦੋਂ ਤੱਕ ਕੇਸ ਕਲੀਅਰ ਨਹੀਂ ਹੁੰਦਾ ਉਹਨਾਂ ਨੇ ਜ਼ਮਾਨਤ ਤੇ ਰਿਹਾ ਵੀ ਕਰ ਦਿੱਤਾ। ਇਹ ਸਾਰਾ ਜਿਹੜਾ ਡਰਾਮਾ ਹੈ, ਇਹ ਧੱਕੇਸ਼ਾਹੀ ਹੈ ਜਿਹੜੀ, ਇਹ ਜਾਤੀ ਸੂਚਕ ਜਿਹੜੇ ਲਫ਼ਜ਼, ਇਹ ਮਨੂਵਾਦੀ ਸੋਚ ਜਿਹੜੀ ਪੰਜਾਬ ਦੇ ਵਿੱਚ ਨਵੀਂ ਉਤਪੰਨ ਹੋ ਰਹੀ ਆ। ਇਹ ਹੁਸ਼ਿਆਰਪੁਰ ਦਾ ਵੀ ਇੱਕ ਕੇਸ ਮੇਰੇ ਕੋਲ ਸਾਹਮਣੇ ਆਇਆ ਕਿ ਉੱਥੋਂ ਦੇ ਬੈਂਸਾਂ ਪਿੰਡ ਦੇ ਵਿੱਚ ਅਨਾਉਂਸਮੈਂਟ ਹੋਈ ਆ, ਮੇਰੇ ਕੋਲ ਵੀਡੀਓ ਪਈ ਆ ਕਿ ਉੱਥੇ ਸਰਪੰਚ ਨੇ, ਮੈਨੂੰ ਤਾਂ ਇਹ ਸੁਣਨ 'ਚ ਆਇਆ ਕਿ ਸਰਪੰਚ ਸਾਹਿਬ ਨੇ ਅਨਾਉਂਸਮੈਂਟ ਕਰਾਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਕੋਈ ਵੀ ਸ਼ਡਿਊਲ ਕਾਸਟ, ਐਸਸੀ ਕਾਸਟ ਨੂੰ ਬਿਲੋਂਗ ਕਰਦਾ, ਰਾਮਦਾਸੀਆ ਭਰਾ ਹੋਵੇ, ਮਜਬੀ ਵੀਰ ਹੋਵੇ ਜਾਂ ਕੋਈ ਵੀ ਐਸਸੀ ਕਾਸਟ ਨੂੰ ਬਿਲੋਂਗ ਕਰਦਾ ਬੰਦਾ ਗੁਰਦੁਆਰਾ ਸਾਹਿਬ ਦੀ ਦੇਲੀ ਤੇ ਨਹੀਂ ਚੜੇਗਾ ਤੇ 10,000 ਰੁਪਏ ਉਹਨੂੰ ਜੁਰਮਾਨਾ। ਹੁਣ ਤੁਸੀਂ ਮੈਨੂੰ ਇਹ ਦੱਸੋ, ਇਹ ਦਲਿਤ ਕਾਰਡ ਆ ਜਿਹੜਾ ਹੈ ਇਹ ਸਾਨੂੰ ਰੌਂਦਣ ਲਈ ਬਣਾ ਰਿਹਾ ਹੈ? ਇਹ ਜਿਹੜੇ ਸਾਡੇ ਮਤਲਬ ਸਾਡੇ ਕਾਨੂੰਨ ਨੇ ਉਹ ਕਿੱਥੇ ਨੇ? ਕਿੱਥੇ ਹੈ ਸਾਡੇ ਲਈ ਜਸਟਿਸ? ਜੇ ਸਾਨੂੰ ਇਸ ਤਰ੍ਹਾਂ ਇਹਨਾਂ ਨੇ ਰੋਂਦਣਾ ਹੈ ਤੇ ਅਸੀਂ ਕਿੱਦਾਂ ਸਮਝ ਸਕਦੇ ਹਾਂ ਕਿ ਸਾਡੇ ਲਈ ਬਾਬਾ ਸਾਹਿਬ ਨੇ ਸੰਵਿਧਾਨ ਬਣਾਇਆ ਸੀ? ਤੇ ਹੁਣ ਇਹ ਜਿਹੜਾ ਮਨੂਵਾਦੀ ਸੋਚ ਉਤਪੰਨ ਹੋ ਰਹੀ ਆ ਇਹਨਾਂ ਸਰਕਾਰਾਂ ਦੀ ਸ਼ਹਿ 'ਚ, ਇਹਨਾਂ ਲੀਡਰਾਂ ਦੀ ਸ਼ਹਿ ਦੇ ਵਿੱਚ, ਅਸੀਂ ਇਹਦਾ ਖੁੱਲ੍ਹ ਕੇ ਵਿਰੋਧ ਕਰਦੇ ਹਾਂ। ਆਮ ਆਦਮੀ ਪਾਰਟੀ ਵੱਲੋਂ ਤੇਜੀ ਸੰਧੂ ਮੈਂ ਡਟ ਕੇ ਵਿਰੋਧ ਕਰਦੀ ਹਾਂ ਔਰ ਮੇਰੇ ਨਾਲ ਡਾਕਟਰ ਸਰਬਜੀਤ ਜੀ ਔਰ ਜੋ ਕਿ ਖੁਦ ਇੱਕ ਮੈਡੀਕਲ ਕਾਲਜ ਚਲਾਉਂਦੇ ਨੇ ਔਰ ਨਾਰੰਗਵਾਲ ਕਾਲਜ ਹੈ ਇਹਨਾਂ ਦਾ। ਇਹਨਾਂ ਨੂੰ ਮੈਂ ਇੱਕ ਵਾਰ ਸਵੇਰੇ ਫੋਨ ਕੀਤਾ ਤੇ ਇੱਕ ਫੋਨ ਤੇ ਮੇਰੇ ਨਾਲ ਇਹ ਦਰਦ ਬੱਚੀ ਦਾ ਸੁਣਦੇ ਸਾਰ ਮੇਰੇ ਨਾਲ ਖੜੇ ਨੇ। ਸਾਡੇ ਇੱਧਰ ਐਲਵਰਟ ਵੀਰ ਜੀ ਨੇ, ਤੁਸੀਂ ਇਹਨਾਂ ਨੂੰ ਦਿਖਾ ਸਕਦੇ ਹੋ। ਐਲਵਰਟ ਵੀਰ ਜੀ ਕ੍ਰਿਸਚਨ ਮਾਈਨੋਰਿਟੀ ਦੇ ਹੈੱਡ ਨੇ ਲੁਧਿਆਣਾ ਤੋਂ। ਜਦੋਂ ਇਹਨਾਂ ਨੂੰ ਪਤਾ ਚੱਲਿਆ ਬੱਚੀ ਵੀ ਕ੍ਰਿਸਚਨ ਆ, ਉਹ ਸਿਰਫ ਚਰਚ ਵਿੱਚੋਂ ਹੀ ਵਾਪਸ ਆਈ ਸੀ, ਜੋ ਉਹਦੇ ਨਾਲ ਇਸ ਤਰ੍ਹਾਂ ਹੋਇਆ, ਉਹਨੂੰ ਧਰਮ ਦੇ ਨਾਂ ਦੇ ਉੱਤੇ ਵੀ ਬਹੁਤ ਸਾਰੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਔਰ ਡਾਕਟਰ ਵੱਲੋਂ ਕੋਈ ਟ੍ਰੀਟਮੈਂਟ ਨਹੀਂ ਹੋਇਆ। ਇਸੇ ਐਜ ਇਟ ਇਜ਼ ਹਾਲਤ ਦੇ ਵਿੱਚ ਡਾਕਟਰ ਨੇ ਰਾਤ ਦਾ ਉਹਦਾ ਟ੍ਰੀਟਮੈਂਟ ਬੰਦ ਕਰਿਆ ਹੋਇਆ ਬੱਚੀ ਦਾ। ਉਲਟਾ ਸਾਨੂੰ ਨੱਕ ਮੂੰਹ ਬੰਦ ਕਰਕੇ ਸ਼ੋਅ ਆਫ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਬੱਚੀ ਬੇਹੋਸ਼ ਨਹੀਂ ਆ, ਡਰਾਮਾ ਕਰ ਰਹੀ ਆ। ਮੈਨੂੰ ਇੰਨਾ ਪਤਾ ਹੈ ਕਿ ਡਾਕਟਰ ਰੱਬ ਦਾ ਰੂਪ ਹੁੰਦੇ ਨੇ। ਡਾਕਟਰ ਦਾ ਫਰਜ਼ ਬਣਦਾ ਹੈ ਪੇਸ਼ੈਂਟ ਦਾ ਟ੍ਰੀਟਮੈਂਟ ਕਰਨਾ। ਅਗਰ ਡਾਕਟਰ ਇਹਨਾਂ ਗੁੰਡਿਆਂ ਨਾਲ ਰਲੇ ਹੋਏ ਆ ਤੇ ਮੈਂ ਸਿਰੇ ਤੋਂ ਵਿਰੋਧ ਕਰਦੀ ਹਾਂ, ਇਹੋ ਜਿਹੇ ਹਸਪੀਟਲਾਂ ਨੂੰ ਤਾਲਾ ਲੱਗ ਜਾਣਾ ਚਾਹੀਦਾ। ਤੇ ਆਡੀਅנס ਨੂੰ ਮੈਂ ਕਹਿੰਦੀ ਹਾਂ ਕਿ ਸਿਰੇ ਤੋਂ ਵਿਰੋਧ ਕਰੋ ਇਹੋ ਜਿਹੇ ਹਸਪੀਟਲਾਂ ਦਾ ਵੀ ਜਿਹੜੇ ਇੱਥੇ ਵਪਾਰ ਕਰ ਰਹੇ ਨੇ। ਤੁਹਾਡਾ ਪਹਿਲਾ ਫਰਜ਼ ਪੇਸ਼ੈਂਟ ਦੀ ਜਾਨ ਬਚਾਉਣਾ ਹੁੰਦਾ ਹੈ। ਉਹ ਬੱਚੀ 7 ਦਿਨਾਂ ਤੋਂ ਹੋਸ਼ 'ਚ ਨਹੀਂ ਆ, ਉਹਨੇ ਕੁਝ ਖਾਧਾ ਪੀਤਾ ਨਹੀਂ ਆ। ਤੁਹਾਡੇ ਸਾਹਮਣੇ ਮੈਂ ਚੈੱਕ ਕੀਤਾ, ਮੈਂ ਉਸ ਬੱਚੀ ਦੇ ਮੂੰਹ 'ਚ 1 ਚਮਚ ਪਾਣੀ ਪਾਇਆ, ਬੱਚੀ ਨੇ ਉਲਟੀ ਕਰਤੀ। ਕੋਈ ਨਾਰਮਲ ਪੇਸ਼ੈਂਟ, ਨਾਰਮਲ ਬੰਦਾ 1 ਚਮਚ ਪਾਣੀ ਦੇ ਨਾਲ ਵੋਮਿਟ ਕਰ ਦੇਗਾ? ਇਹੋ ਜਿਹਾ ਕਿਹੜਾ ਬਟਨ ਲੱਗਾ ਅੰਦਰ ਕਿ ਬੱਚਾ ਇੱਕਦਮ ਵੋਮਿਟ ਕਰ ਦੇਗਾ? ਇਹ ਸਾਰਾ ਧੱਕੇਸ਼ਾਹੀ ਚੱਲ ਰਹੀ ਆ ਜੀ, ਵੈਦ ਸਾਹਿਬ ਦੀ ਸ਼ਹਿ ਦੇ ਵਿੱਚ ਚੱਲ ਰਹੀ ਆ। ਮੈਂ ਸ਼ਰੇਆਮ ਕਹੂੰਗੀ ਕਿ ਵੈਦ ਸਾਹਿਬ ਨੂੰ ਨਹੀਂ ਪਤਾ ਕਿ ਸਾਡੇ ਪੰਜਾਬ ਦੇ ਵਿੱਚ, ਸਾਡੇ ਹਲਕੇ ਦੇ ਵਿੱਚ ਕੀ ਹਾਲਾਤ ਨੇ। ਇਹ ਹਲਕੇ ਦੀਆਂ 3-4 ਘਟਨਾ ਮੇਰੇ ਕੋਲ ਪਹੁੰਚੀ ਆ ਤੇ ਵੈਦ ਸਾਹਿਬ ਸੁੱਤੇ ਪਏ ਨੇ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ? ਤੁਸੀਂ ਵੀ ਇੱਕ ਡਾਕਟਰ ਹੋ, ਇੱਕ ਮੈਡੀਕਲ ਕਾਲਜ ਚਲਾ ਰਹੇ ਹੋ। ਡਾਕਟਰ ਸਾਹਿਬ ਦਾ ਕਹਿਣਾ ਕਿ ਮੇਜਰ ਇੰਜਰੀ ਨਹੀਂ ਹੈ, ਸਿਰਫ ਮੈਂਟਲੀ ਸ਼ੌਕਡ ਹੈਗੀ ਹੈ ਕੁੜੀ, ਤਾਂ ਕਰਕੇ ਬੇਹੋਸ਼ ਪਈ ਹੈ। ਕੀ ਰੀਜ਼ਨ ਹੋ ਸਕਦਾ? ਮੇਨ ਮੁੱਦਾ ਇਹ ਹੈ ਵੀ ਬੇਟੀ ਸ਼ੌਕ 'ਚ ਤਾਂ ਹੈ। ਜੇ ਕਿਸੇ ਨੂੰ ਕੁੱਟਿਆ ਮਾਰਿਆ ਗਿਆ ਉਹ ਸ਼ੌਕ 'ਚ ਹੈ। ਸ਼ੌਕ ਦੇ ਵਿੱਚ ਹੋਣ ਕਰਕੇ ਇਸ ਵੇਲੇ ਜਿਹੜਾ ਮੇਨ ਮੁੱਦਾ ਹੈਗਾ, ਮੇਨ ਮੁੱਦਾ ਇਹ ਨਹੀਂ ਹੈ ਵੀ ਡਾਕਟਰ ਨੂੰ ਸਜ਼ਾ ਦਿਵਾਉਣੀ ਜਾਂ ਡਾਕਟਰ ਦੀ
ਨੂੰ ਕਰ ਸਾਡਾ ਮੇਨ ਮੁੱਦਾ ਹੁਣ ਇਸ ਵੇਲੇ ਆ ਵੀ ਇਹ ਇਸ ਹਾਲਤ 'ਚ ਪਹੁੰਚੀ ਤੇ ਪਹੁੰਚੀ ਕਿੱਦਾਂ, ਜਿਸ ਤਰੀਕੇ ਨਾਲ ਇਸ ਹਾਲਤ 'ਚ ਪਹੁੰਚਾਈ ਗਈ ਆ ਉਹ ਕਲਪਰੇਟਸ ਨੇ ਜਿਹੜੇ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਕੁੜੀ ਬੇਹੋਸ਼ ਪਈ ਆ, ਉਹਦੇ ਕਿਸੇ ਪ੍ਰੋਪਰ ਸਾਈਕੈਟਰਿਸਟ ਤੋਂ ਜਾਂ ਕਿਸੇ ਪ੍ਰੋਪਰ ਡਾਕਟਰ ਤੋਂ ਓਪੀਨੀਅਨ ਲਿਆ ਜਾਵੇ ਵੀ ਇਹ ਜਿਵੇਂ ਡਾਕਟਰ ਨੇ ਕਿਹਾ ਵੀ ਇਹ ਨਹੀਂ ਹੈਗੀ, ਕੁਛ ਨਹੀਂ ਇਹਨੂੰ ਹੋਇਆ, ਉਹਦਾ ਓਪੀਨੀਅਨ ਹਾਇਰ ਡਾਕਟਰ ਤੋਂ ਲੈ ਕੇ ਸਾਨੂੰ ਦੱਸਿਆ ਜਾਵੇ। ਗਾਲਾਂ ਕੱਢੀਆਂ ਉਹ ਸਾਰਾ ਐਕਸ਼ਨ ਕਰਾਉਣਾ ਹੀ ਕਰਾਉਣਾ। ਪਹਿਲਾਂ ਅਸੀਂ ਕਮਿਸ਼ਨਰ ਸਾਹਿਬ ਨੂੰ ਆਪਣੀ ਬੇਨਤੀ ਦੇਵਾਂਗੇ ਤੇ ਨਾਲ ਰਿਐਲਿਟੀ, ਗਰਾਊਂਡ ਰਿਐਲਿਟੀ ਦੇ ਉੱਤੇ ਕੁੜੀ ਦਿਖਾਵਾਂਗੇ ਉਹਨਾਂ ਨੂੰ ਵੀ ਆਹ ਦੇਖੋ ਦਿਸ ਇਜ਼ ਦਾ ਰਿਐਲਿਟੀ। ਉਸ ਤੋਂ ਬਾਅਦ ਉਹ ਕੀ ਫਰਮਾਨ ਕੱਢਦੇ ਨੇ ਲੋਕਲ ਥਾਣੇ ਨੂੰ, ਜੇ ਸਾਡੇ ਮਤਲਬ ਦਾ ਹੋਇਆ, ਜੇ ਅਸੀਂ ਸੈਟੀਸਫਾਈਡ ਹੋਏ ਦੈਨ ਇਟਸ ਓਕੇ, ਅਗਰ ਨਹੀਂ ਸੈਟੀਸਫਾਈਡ ਹੋਏ ਤਾਂ ਅਸੀਂ ਅੱਗੋਂ ਆਪਣੀ ਕਾਰਵਾਈ ਕਰਾਂਗੇ। ਸੋ ਇੱਥੇ ਇੱਕ ਗੱਲ ਦਾ ਮੈਂ ਜ਼ਿਕਰ ਜ਼ਰੂਰ ਕਰੂੰਗਾ ਕਿ ਅੱਜ ਇਸ ਲੜਕੀ ਨੂੰ ਇਨਸਾਫ ਦਿਵਾਉਣ ਦੇ ਲਈ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਰੇ ਜਣੇ ਇੱਥੇ ਮੌਜੂਦ ਨੇ। ਜੀ ਕਿਵੇਂ ਦੇਖਦੇ ਹੋ ਕਿ ਇੱਕ ਜਾਤੀ ਸੂਚਕ ਸ਼ਬਦ ਕਹਿਣੇ, ਔਰ ਸਭ ਤੋਂ ਵੱਡੀ ਗੱਲ ਕਿ ਕਿਸੇ ਪਿੰਡ 'ਚੋਂ ਆ ਕੇ ਇੱਥੇ ਬਸਿਓ ਗੱਡੀਆਂ ਲੈ ਲਈਆਂ, ਇੱਦਾਂ ਦੇ ਲਫ਼ਜ਼ ਕਹਿ ਕੇ ਲੜਾਈ ਝਗੜਾ ਕਰਨਾ, ਔਰ ਸਭ ਤੋਂ ਵੱਡੀ ਗੱਲ ਕਿ ਪੁਲਿਸ ਡਿਪਾਰਟਮੈਂਟ ਦਾ ਕੰਮ ਹੁੰਦਾ ਨਿਆਂ ਦੇਣਾ, ਉਹ ਨਹੀਂ ਹੋ ਰਿਹਾ ਉਹਨਾਂ ਦੇ ਨਾਲ। ਅੱਜ ਸਿਸਟਮ ਨੂੰ ਦੇਖ ਕੇ ਸਾਨੂੰ ਰੋਣਾ ਆ ਰਿਹਾ ਆ। ਅਸੀਂ ਉਸ ਸ਼ਹਿਰ ਦੇ ਵਿੱਚ ਵਸਦੇ ਹਾਂ ਜਿਹੜੀ ਵਰਲਡ ਵਾਈਡ ਗੱਲ ਕੀਤੀ ਜਾਂਦੀ ਹੈ ਕਿ ਮਹਾਨਗਰ ਲੁਧਿਆਣਾ, ਪਰ ਜਦੋਂ ਹੁਣ ਇਹ ਗੱਲਾਂ ਹਾਲਾਤ ਦੇਖਣ ਨੂੰ ਮਿਲ ਰਹੇ ਨੇ, ਮਹਿਸੂਸ ਹੋ ਰਿਹਾ ਆ ਕਿ ਕੋਈ ਵੀ ਸਿਸਟਮ, ਕੋਈ ਲਾਅ ਆਰਡਰ ਨਹੀਂ ਹੈਗਾ। ਅੱਜ ਗੱਲ ਅਸੀਂ ਕਿਸੇ ਜਾਤ ਪਾਤ ਦੀ ਨਾ ਕਰੀਏ, ਅਸੀਂ ਇਹ ਗੱਲ ਕਰੀਏ ਕਿ ਵਿਤਕਰਾ ਗਰੀਬ ਤੇ ਅਮੀਰ ਦਾ। ਕੀ ਇਹ ਉਹੀ ਸਾਡੇ ਜਿੱਦਾਂ ਸਿਸਟਰ ਨੇ ਗੱਲ ਕੀਤੀ ਮਨੂਵਾਦੀ ਨੀਤੀ, ਕੀ ਗਰੀਬ ਨੂੰ ਹੱਕ ਨਹੀਂ ਵੀ ਉਹ ਮੰਦਿਰ, ਗੁਰਦੁਆਰੇ, ਚਰਚ, ਮਸਜਿਦ ਜਾ ਸਕੇ? ਕੀ ਗਰੀਬ ਨੂੰ ਹੱਕ ਨਹੀਂ ਕਿ ਉਹ ਗੱਡੀਆਂ ਲੈ ਸਕੇ? ਕੀ ਗਰੀਬ ਨੂੰ ਹੱਕ ਨਹੀਂ ਕਿ ਉਹ ਚੰਗੇ ਕੱਪੜੇ ਪਾ ਸਕੇ? ਅੱਜ ਜਿਹੜੀ ਮਾਨਸਿਕਤਾ ਸਰਪੰਚ ਸਾਹਿਬ ਤੋਂ ਪਤਾ ਲੱਗੀ ਹੈ, ਗ੍ਰਾਮ ਪੰਚਾਇਤ ਤੋਂ ਪਤਾ ਲੱਗੀ ਹੈ ਕਿ ਉਹ ਇੰਜੋਏ ਕਰ ਰਹੇ ਨੇ, ਉਹ ਪਤਾ ਨਹੀਂ ਕਿਹੜੀ ਗੱਲਾਂ ਦੇ ਵਿੱਚ ਉਲਝੇ ਹੋਏ ਨੇ। ਸਾਨੂੰ ਕਾਨੂੰਨ ਤੇ ਵਿਸ਼ਵਾਸ ਹੈ, ਸ਼ਾਇਦ ਲੱਗਦਾ ਕਮਿਸ਼ਨਰ ਸਾਹਿਬ ਦੇ ਕੰਨਾਂ ਤੱਕ ਹਲੇ ਤੱਕ ਗੱਲ ਪਹੁੰਚੀ ਨਹੀਂ ਹੈ, ਪਰ ਅੱਜ ਲੋਕਾਂ ਦੇ ਵਿੱਚ ਰੋਸ਼ ਹੈ ਤੇ ਉਹ ਕਹਿੰਦੇ ਆ ਕਿ ਅਸੀਂ ਕਮਿਸ਼ਨਰ ਸਾਹਿਬ ਨੂੰ ਬੱਚੀ ਦੇ ਹਾਲਾਤ ਦਿਖਾਉਣਾ ਚਾਹੁੰਦੇ ਆ। ਅੱਜ ਜਿਹੜੀ ਗੱਲ ਹੋਈ ਹੈ ਕਿ ਜਾਤ ਪਾਤ ਫਿਰਕੇ ਤੋਂ ਉੱਤੇ ਉੱਠ ਕੇ ਅੱਜ ਸਾਰੀ ਇਨਸਾਨੀਅਤ, ਜਿਨ੍ਹਾਂ 'ਚ ਇਨਸਾਨੀਅਤ ਵੱਸਦੀ ਹੈ, ਉਹ ਸਾਰੇ ਲੋਕ ਇੱਥੇ ਇਕੱਠੇ ਨੇ। ਤੇ ਇਹ ਕੱਲੀ ਉਹ ਬੱਚੀ ਦੀ ਤਕਲੀਫ ਨਹੀਂ ਹੈ ਜਿਹੜੀ ਵਿਚਾਰੀ ਅੱਜ ਬੇਹੋਸ਼ੀ ਦੇ ਹਾਲਤ ਦੇ ਵਿੱਚ ਡਾਕਟਰ ਸਾਹਿਬ ਦੇ ਹਸਪੀਟਲ ਦੇ ਬੈੱਡ ਦੇ ਵਿੱਚ ਪਈ ਹੈ। ਇਹ ਉਹ ਇੱਕ ਮਾਂ, 2 ਧੀਆਂ ਦੀ ਗੱਲ ਹੈ, ਉਹਨਾਂ ਦੀ ਕੋਈ ਸਟੇਟਮੈਂਟ ਨਹੀਂ ਲੈ ਰਿਹਾ। ਜਿਹੜੀ ਮਾਂ ਦੇ ਜ਼ਬਾਨ ਫੜ ਕੇ ਉਹਨੂੰ ਕਹਿਤਾ ਤੇਰੀ ਜ਼ਬਾਨ ਬਹੁਤ ਲੰਬੀ ਹੋ ਗਈ ਹੈ, ਅਸੀਂ ਤੁਹਾਡੀ ਜ਼ਬਾਨ ਕੱਢ ਲੈਣੀ ਹੈ, ਨਾਲ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਕਹੇ ਗਏ। ਉਸ ਬੱਚੀ ਨੇ ਜਿਹਨੇ ਆ ਕੇ ਕਿਹਾ ਮੇਰੀ ਮਾਂ ਨੂੰ ਕਿਉਂ ਮਾਰਦੇ, ਉਹਦੇ ਬਾਲਾਂ ਤੋਂ ਫੜ ਕੇ ਘੜੀਸਿਆ ਜਾਣਾ, ਉਹਦੇ ਬਾਲ ਪੱਟੇ ਜਾਣੇ। ਅਤੇ ਛੋਟੀ ਬੱਚੀ ਨੂੰ ਜਿਹੜੀ ਵਿਚਾਰੀ ਗੁਰਦੁਆਰਾ, ਗੁਰੂ ਘਰ 'ਚੋਂ ਪਾਣੀ ਭਰ ਰਹੀ ਸੀ, ਉਹਨੂੰ ਬੰਦਿਆਂ ਵੱਲੋਂ ਲੱਤਾਂ ਦੇ ਨਾਲ ਮਾਰਿਆ ਜਾਣਾ, ਚਪੇੜਾਂ ਮਾਰੀਆਂ ਜਾਣੀਆਂ, ਕਿੰਨੀ ਮਾੜੀ ਗੱਲ ਹੈ। ਪੁਲਿਸ ਨੂੰ ਸ਼ਾਇਦ ਇਹ ਗੱਲ ਸੁਣਦੀ ਨਹੀਂ, ਨਾ ਉਹਨਾਂ ਨੂੰ ਦਿਖਦਾ ਵੀ ਇੱਕ ਔਰਤ ਤੇ ਹੱਥ ਚੱਕਣਾ ਤੇ ਉਹਨੂੰ ਬੇਇੱਜ਼ਤ ਕਰਨਾ ਕਿਹੜੀ ਧਾਰਾ ਲੱਗਦੀ ਹੈ, ਤੇ ਨਾਲੇ ਕਿਸੇ ਦੇ ਧਰਮ ਬਾਰੇ ਬੇਹੂਦੀਆਂ ਗੱਲਾਂ ਕਰਨੀਆਂ ਉਹ ਕਿਹੜੀ ਧਾਰਾ ਲੱਗਦੀ ਹੈ। ਉਹ ਸਾਡੀਆਂ ਇਹਦੇ ਨਾਲ ਸੈਂਟੀਮੈਂਟਸ, ਕੱਪੜੇ ਤੱਕ ਫਾੜੇ ਗਏ, ਜਿਹੜੇ ਬੱਚੀਆਂ ਦੇ ਕੱਪੜੇ ਤੱਕ ਫਾੜੇ ਗਏ, ਇਹਨਾਂ ਨੂੰ ਉਹ ਚੀਜ਼ਾਂ ਦਿਖ ਨਹੀਂ ਰਹੀਆਂ। ਅੱਜ ਸਾਡੇ ਧਾਰਮਿਕ ਸੈਂਟੀਮੈਂਟ ਹਾਰਟ ਹੋਏ ਨੇ। ਤੇ ਮੈਂ ਲੁਧਿਆਣਾ ਐਡਮਿਨਿਸਟ੍ਰੇਸ਼ਨ ਤੋਂ ਤੇ ਨਾਲ ਵੈਦ ਸਾਹਿਬ ਤਾਂ ਚਲੋ ਇੱਕ ਕੌਂਸਟੀਚੁਐਂਸੀ ਦੇ ਐਮਐਲਏ ਨੇ, ਮੈਂ ਸੀਐਮ ਸਾਹਿਬ ਜਿਹੜੇ ਵੱਡੇ ਦਾਅਵੇ ਕਰਦੇ ਨੇ, ਵੱਡੇ ਝੂਠ ਬੋਲ ਕੇ ਸਰਕਾਰ ਜਿਹੜੇ ਉਹਨਾਂ ਨੇ ਬਣਾਈ, ਉਹਨਾਂ ਨੂੰ ਅਪੀਲ ਕਰਦਾ ਵੀ ਥੋੜਾ ਜਨਤਾ ਦੇ ਵਿੱਚ ਵੀ, ਕਿਉਂਕਿ ਉਹਨਾਂ ਨੂੰ ਰਾਜਾ ਕਿਹਾ ਜਾਂਦਾ, ਰਾਜਾ ਵੀ ਉਹੀ ਹੁੰਦਾ ਜਿਹੜਾ ਆਪਣੀ ਪ੍ਰਜਾ ਦਾ ਧਿਆਨ ਰੱਖੇ, ਤੇ ਸੀਐਮ ਵੀ ਉਹ ਹੁੰਦਾ ਜਿਹੜਾ ਆਪਣੇ ਵੋਟਰਾਂ ਦਾ ਧਿਆਨ ਰੱਖੇ। ਅੱਜ ਉਹ ਵੋਟਰ ਤਾਂ ਸੜਕਾਂ ਤੇ ਰੁਲਦੇ ਫਿਰਦੇ ਨੇ, ਕਿਤੇ ਗੁਰੂ ਘਰਾਂ 'ਚ ਅਨਾਉਂਸਮੈਂਟ ਹੋ ਰਹੀ, ਵੱਡੇ ਧਨਾਕੜ ਉੱਥੇ ਅਨਾਉਂਸਮੈਂਟ ਕਰਾਏ ਆ ਕਿ ਜਿਹੜਾ ਗੁਰੂ ਘਰ ਦੇ ਵਿੱਚ ਵੜਿਆ ਉਹਨੂੰ 10,000 ਰੁਪਇਆ ਜੁਰਮਾਨਾ ਦਿੱਤਾ ਜਾਏਗਾ। ਕਿਤੇ ਦਲਿਤਾਂ ਤੇ ਜੁਰਮਾਨੇ ਲੱਗ ਰਹੇ ਨੇ, ਕਿਤੇ ਦਲਿਤਾਂ ਨੂੰ ਸ਼ਰੇਆਮ ਗਲੀਆਂ 'ਚ ਪਿੰਡਾਂ 'ਚ ਕੁੱਟਿਆ ਜਾ ਰਿਹਾ ਆ। ਤੇ ਅਸੀਂ ਇਸੇ ਲਈ ਦਲਿਤ ਸਮਾਜ ਸਿਰਜਣਾ ਚਾਹੁੰਦੇ ਆ। ਨਹੀਂ, ਇਹ ਦਲਿਤ ਭਾਈਚਾਰੇ ਨਾਲ ਮਜ਼ਾਕ ਆ। ਅੱਜ ਦਲਿਤ ਭਾਈਚਾਰਾ ਇਹਨਾਂ ਪਾਰਟੀਆਂ ਨੂੰ ਸਿਰੇ ਤੋਂ ਨਕਾਰੇਗਾ ਤੇ ਦਲਿਤ ਭਾਈਚਾਰੇ ਨੂੰ ਹੱਕ ਦਿਵਾਉਣ ਦੇ ਲਈ ਸਾਨੂੰ ਜਿੰਨਾ ਵੀ ਸੰਘਰਸ਼ ਕਰਨਾ ਪਿਆ ਅਸੀਂ ਸੰਘਰਸ਼ ਕਰਾਂਗੇ ਤੇ ਇਸ ਪਰਿਵਾਰ ਨੂੰ ਤੇ ਭਾਈਚਾਰੇ ਨੂੰ ਅਸੀਂ ਇਨਸਾਫ ਦਿਵਾ ਕੇ ਹਟਾਂਗੇ। ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਸਾਡੇ ਲੀਡਰ ਨੇ, ਜਿਹੜੇ ਪਾਰਟੀਆਂ ਦੇ ਹੱਥ ਕੰਡਿਆਂ ਤੇ ਚੜ੍ਹੇ ਹੋਏ ਨੇ, ਉਹ ਆਪਣੇ ਸਮਾਜਾਂ ਵੱਲ ਵੀ ਧਿਆਨ ਦੇਣ, ਜਿਨ੍ਹਾਂ ਦਾ ਕਰਕੇ ਉਹਨਾਂ ਦੀ ਹੋਂਦ ਆ। ਇਹ ਨਾ ਹੋਵੇ ਸਮਾਜ ਹੀ ਉਹਨਾਂ ਨੂੰ ਨਕਾਰ ਦੇ। ਮੇਰੀ ਦੋਨੋਂ ਹੱਥ ਜੋੜ ਕੇ ਇਹਨਾਂ ਭਲੇ ਮਾਨਸਾਂ ਕੋ ਬੇਨਤੀ ਆ, ਆਪਣੇ ਸਮਾਜ ਦੀ ਸਾਰ ਲੈਣ, ਕਿਉਂਕਿ ਆਪਣੇ ਗੁਰੂ ਪੀਰਾਂ ਦੀਆਂ ਸ਼ਹਾਦਤਾਂ ਨੂੰ ਪਛਾਣੀਏ ਵੀ ਉਹਨਾਂ ਨੇ ਕਾਹਦੇ ਲਈ ਕੁਰਬਾਨੀਆਂ ਦਿੱਤੀਆਂ। ਅੱਜ ਸਾਨੂੰ ਆਪਣੀਆਂ ਛੋਟੀਆਂ ਕੁਰਸੀਆਂ, ਜਿਹੜੀਆਂ ਯੂਸਲੈਸ ਕੁਰਸੀਆਂ ਨੇ, ਡੰਮੀ ਕੁਰਸੀਆਂ ਨੇ, ਉਹਨਾਂ ਨੂੰ ਛੱਡ ਕੇ ਸਮਾਜ ਵਿੱਚ ਵਿਚਰਨ ਦੀ ਲੋੜ ਆ। ਆਓ ਰਲ ਕੇ ਇਸ ਪਰਿਵਾਰ ਨੂੰ ਆਪਾਂ ਇਨਸਾਫ ਦਿਵਾਈਏ। ਮੈਂ ਡਾਕਟਰ ਸਾਹਿਬ ਦਾ
ਤੇਜੀ ਜੀ ਦਾ ਤੇ ਹੋਰ ਸਾਰੇ ਸਮਾਜ ਸੇਵੀ ਜਿੰਨੇ ਐਡਵੋਕੇਟ ਡਾਕਟਰ ਇੰਡਸਟਰੀਲਿਸਟ ਸਾਡੇ ਨਾਲ ਜੁੜੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹ ਅੱਜ ਇਹ ਬੱਚਿਆਂ ਨੂੰ ਇਨਸਾਫ ਦਿਵਾਉਣ ਦੇ ਲਈ, ਇਹਨਾਂ ਨੂੰ ਯਤੀਮਾਂ ਨੂੰ, ਸਾਡੀ ਵਿਧਵਾ ਭੈਣ ਨੂੰ ਇਨਸਾਫ ਦੇਣ ਲਈ ਦਿਵਾਉਣ ਲਈ ਅੱਗੇ ਆ ਰਹੇ ਨੇ। ਸਾਰਿਆਂ ਦਾ ਧੰਨਵਾਦ। ਤੇ ਖਾਸ ਧੰਨਵਾਦ ਮੈਂ ਮੀਡੀਆ ਦਾ ਕਰਦਾ ਹਾਂ ਕਿ ਜਿਹੜਾ ਮੀਡੀਆ ਅੱਜ ਜਾਗਰੂਕ ਹੈ ਤੇ ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਕਿੰਨੀਆਂ ਘਿਨਾਉਣੀਆਂ ਹਰਕਤਾਂ ਸਮਾਜ ਦੇ ਵਿੱਚ ਹੋ ਰਹੀਆਂ ਨੇ ਤੇ ਮੀਡੀਆ ਸਾਡੇ ਦਲਿਤ ਭਾਈਚਾਰੇ ਦਾ ਸਪੋਰਟਿਵ ਆ, ਉਹਦਾ ਮੈਂ ਸਾਰੇ ਦਾ ਧੰਨਵਾਦ ਕਰਦਾ ਹਾਂ। ਐਲਬਰਟ ਜੀ, ਸਾਡਾ ਮੀਡੀਆ ਦਾ ਫਰਜ਼ ਹੈ ਕਿ ਇਹੋ ਜਿਹੇ ਮੁੱਦੇ ਆ ਜਿਹੜੇ ਚੱਕ ਕੇ ਪ੍ਰਸ਼ਾਸਨ ਤੱਕ ਪਹੁੰਚਾਉਣਾ, ਕਿ ਜਿਹੜੇ ਮੁੱਦੇ ਪ੍ਰਸ਼ਾਸਨ ਨੂੰ ਨਹੀਂ ਪਤਾ ਹੈਗੇ, ਸਾਡਾ ਕੰਮ ਇਹ ਆ। ਲੇਕਿਨ ਜਿਹੜਾ ਫਰਜ਼ ਤੁਹਾਡੀ ਕਮਿਊਨਿਟੀ ਨੇ ਨਿਭਾਇਆ ਕਿ ਤੁਸੀਂ ਜਿਹੜਾ ਹਸਪੀਟਲ ਦਾ ਬਿੱਲ ਆ, ਜਿਹੜਾ ਖਰਚਾ ਤੁਸੀਂ ਚੱਕਿਆ, ਔਰ ਉਸ ਤੋਂ ਬਾਅਦ ਅੱਗੇ ਦਾ ਵੀ ਇਲਾਜ ਦੀ ਜਿਹੜੀ ਜ਼ਿੰਮੇਵਾਰੀ ਤੁਸੀਂ ਚੱਕਦੇ ਪਏ ਹੋ, ਅਸੀਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ। ਨਹੀਂ, ਇਹ ਇਨਸਾਨ ਦਾ ਪਹਿਲਾ ਫਰਜ਼ ਹੈ ਜੀ। ਜਦੋਂ ਇਨਸਾਨ ਮਾਂ ਦੇ ਕੋਖ 'ਚ ਆਂਦਾ, ਸਾਨੂੰ ਬਜ਼ੁਰਗਾਂ ਨੇ ਇਹ ਸਿਖਾਇਆ ਕਿ ਉਹ ਪਰਮੇਸ਼ਵਰ ਦੀ ਤੇ ਸਮਾਜ ਦੀ ਸੇਵਾ ਕਰਨ ਦੇ ਲਈ ਆਂਦਾ। ਤੇ ਇੱਥੇ ਜਾਤ ਪਾਤ ਧਰਮ ਦੀ ਕੋਈ ਗੱਲ ਨਹੀਂ ਹੈ। ਮੇਰੇ ਤੱਕ ਜਾਂ ਸਾਡੀ ਸੰਸਥਾਵਾਂ ਤੱਕ ਜਦੋਂ ਵੀ ਕਿਸੇ ਦੀ ਆਵਾਜ਼ ਪਹੁੰਚੀ ਆ ਤੇ ਅਸੀਂ ਉਹਨਾਂ ਦੀ ਮਦਦ ਕੀਤੀ ਹੈ। ਤੇ ਉਹ ਇਹ ਸੋਚ ਕੇ ਨਹੀਂ ਕੀਤੀ ਵੀ ਇਹ ਕਿਹੜੇ ਜਾਤ ਦਾ, ਇਹ ਧਰਮ ਦਾ ਆ। ਸਾਡੇ ਕੋਲ ਜਦ ਵੀ ਕੋਈ ਗੱਲ ਆਉਂਦੀ ਆ ਅਸੀਂ ਮਦਦ ਕਰਦੇ ਹਾਂ, ਚਾਹੇ ਕਿਸੇ ਤਰ੍ਹਾਂ ਦਾ ਰੁਜ਼ਗਾਰ ਦੇਣਾ, ਕਿਸੇ ਤਰ੍ਹਾਂ ਦੀ ਸਪੋਰਟ ਕਰਨੀ, ਕਿਉਂਕਿ ਇਹੀ ਸਪੋਰਟ ਇਹਨਾਂ ਨੂੰ ਚੰਗੀ ਨਹੀਂ ਲੱਗਦੀ। ਕਿਉਂਕਿ ਇਹ ਜਿਹੜੇ ਮਨੂਵਾਦੀ ਨੀਤੀ ਵਾਲੇ ਆ, ਧਨਾਕੜ ਨੀਤੀ ਵਾਲੇ ਨੇ, ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਗਰੀਬ ਬਰਾਬਰੀ ਦਾ ਹੱਕ ਲੈ ਸਕੇ। ਅੱਜ ਤੋਂ 75 ਸਾਲ ਪਹਿਲਾਂ ਸਾਡਾ ਸੰਵਿਧਾਨ ਰਚਿਆ ਗਿਆ ਸੀ ਤੇ ਉਹ ਸੰਵਿਧਾਨ ਨੇ ਸਾਨੂੰ ਬਰਾਬਰੀ ਦਾ ਹੱਕ ਦਿੱਤਾ। ਮੈਂ ਬਾਬਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉਹ ਨੇਕ ਰੂਹ ਦਾ, ਜਿਨ੍ਹਾਂ ਨੇ ਅੱਜ ਦਲਿਤ ਸਮਾਜ ਨੂੰ ਸਿਰ ਚੁੱਕਣ ਦੀ ਰਾਹ ਦਿਖਾਈ ਹੈ। ਤੇ ਗੱਲ ਕਿਸੇ ਜਾਤ ਪਾਤ ਦੀ ਨਹੀਂ ਆ, ਬਿੱਲ ਦੀ ਨਹੀਂ ਆ। ਅਸੀਂ ਜਿੰਨੇ ਜੋਗੇ ਹੈਗੇ ਸਮਾਜ ਦੇ ਲਈ ਖੜੇ ਆ, ਹਮੇਸ਼ਾ ਖੜੇ ਆ। ਜਿਹੜਾ ਵੀ ਸਾਡੇ ਤੱਕ ਪਹੁੰਚੂਗਾ ਅਸੀਂ ਤਨ ਮਨ ਧਨ ਦੇ ਨਾਲ ਉਹਦੀ ਮਦਦ ਕਰਾਂਗੇ। ਚਾਹੇ ਉਹਦੇ ਖਾਤਰ ਮੈਨੂੰ ਆਪਣੇ ਦੋਨੋਂ ਹੱਥ ਅੱਡ ਕੇ 1-1 ਰੁਪਈਆ ਸਮਾਜ ਤੋਂ ਮੰਗਣਾ ਪੈਂਦਾ, ਮੈਂ ਉਹਨਾਂ ਦੀ ਮਦਦ ਲਈ ਮੰਗੂੰਗਾ ਤੇ ਹਮੇਸ਼ਾ ਮੰਗਦਾ ਰਹੂੰਗਾ। ਔਰ ਸਭ ਤੋਂ ਵੱਡੀ ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਕਿ ਦੇਸ਼ ਵਿਦੇਸ਼ ਮੀਡੀਆ, ਮੈਂ ਬਾਕੀ ਮੀਡੀਆ ਵਾਲਿਆਂ ਨੂੰ ਵੀ ਰਿਕੁਐਸਟ ਕਰਦੀ ਹਾਂ ਕਿ ਸਾਡੇ ਤੱਕ ਦੇਸ਼ ਵਿਦੇਸ਼ ਮੀਡੀਆ ਦੇ ਜਿਹੜੇ ਰਿਪੋਰਟਰ ਨੇ, ਸਾਨੂੰ ਉਹਨਾਂ ਨੇ ਹੀ ਇਹ ਨਿਊਜ਼ ਦਿੱਤੀ ਆ ਕਿ ਇਸ ਜਗ੍ਹਾ ਦੇ ਉੱਤੇ ਆ ਧੱਕਾ ਹੋਇਆ ਜੀ। ਪਹਿਲਾਂ ਉਹਨਾਂ ਤੱਕ ਇਹ ਗੱਲ ਪਹੁੰਚੀ ਸੀ ਤੇ ਮੈਂ ਦੇਸ਼ ਵਿਦੇਸ਼ ਮੀਡੀਆ ਦਾ ਥੈਂਕ ਯੂ ਕਰਦੀ ਹਾਂ ਕਿ ਅੱਜ ਵੀ ਉਹ ਸਾਡੇ ਨਾਲ ਖੜੇ ਨੇ। ਅਗਰ ਸਾਰਾ ਮੀਡੀਆ ਇਸ ਤਰ੍ਹਾਂ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਾਣ, ਆਪਣੀ ਤੀਸਰੀ ਅੱਖ ਖੋਲ੍ਹ ਕੇ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਦੇ ਬਾਰੇ ਸਾਡੇ ਵਰਗੇ ਸੇਵਾਦਾਰ ਲੋਕਾਂ ਨੂੰ ਦੱਸ ਸਕਣ ਤੇ ਅਸੀਂ ਸਮਾਜ ਦੀ ਸੇਵਾ ਕਰ ਸਕੀਏ। ਤੇ ਮੈਂ ਥੈਂਕ ਯੂ ਕਰਦੀ ਹਾਂ ਐਲਬਰਟ ਦੂਆ ਜੀ ਦਾ, ਡਾਕਟਰ ਸਰਬਜੀਤ ਜੀ ਦਾ, ਜੋ ਨਾਰੰਗਵਾਲ ਮੈਡੀਕਲ ਕਾਲਜ ਦੇ ਮਾਲਕ ਨੇ। ਸਭ ਤੋਂ ਜ਼ਿਆਦਾ ਮੈਂ ਥੈਂਕ ਯੂ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਕਿ ਜਿੰਨਾ ਤੁਸੀਂ ਸਾਡੇ ਲਈ ਸਪੋਰਟ ਕਰਦੇ ਹੋ, ਸਾਡੇ ਲਈ ਆਵਾਜ਼ ਬੁਲੰਦ ਕਰਦੇ ਹੋ, ਔਰ ਸਾਡੀ ਇਸ ਬੱਚੀ ਦੇ ਟ੍ਰੀਟਮੈਂਟ ਲਈ ਤੁਸੀਂ ਜਿੰਨਾ ਸਾਡੇ ਨਾਲ ਸਪੋਰਟ 'ਚ ਆ ਸਕਦੇ ਹੋ ਤੇ ਤੁਸੀਂ ਜ਼ਰੂਰ ਆਉਣਾ, ਕਿਉਂਕਿ ਇਸ ਬੱਚੀ ਨਾਲ ਵਾਕਈ ਧੱਕਾ ਹੋਇਆ। ਇਹ ਕੁੜੀ ਨਾਲ ਵੀ ਧੱਕੇਸ਼ਾਹੀ ਹੋਈ ਆ, ਕੱਪੜੇ ਫਾੜੇ ਗਏ, ਮਾਰਕੁੱਟ ਹੋਈ ਹੈ। ਇਹਦੀ ਉਹ ਸਿਸਟਰ ਜਿਹੜੀ ਐਡਮਿਟ ਪਈ ਆ, ਔਰ ਪਰਿਵਾਰ ਨੇ ਮੇਰੇ ਖਿਆਲ 'ਚ ਚੱਜ ਨਾਲ ਰੋਟੀ ਨਹੀਂ ਖਾਧੀ ਉਸ ਦਿਨ ਦੀ, ਜਿਹਦਾ ਬੱਚਾ ਨਾ ਕੁਝ ਖਾ ਪੀ ਰਿਹਾ ਹੋਵੇ। ਤੇ ਮੈਂ ਥੈਂਕ ਯੂ ਕਰਦੀ ਹਾਂ ਤੁਹਾਡਾ ਮੀਡੀਆ ਦਾ ਵੀ ਕਿ ਤੁਸੀਂ ਇਸ ਜਿਹੜੀ ਘਟਨਾ ਜਿਹੜੀ ਸਾਨੂੰ ਦਿਖਾਈ ਆ ਔਰ ਇੰਨੀ ਕਾਲੀ ਕਰਤੂਤ ਜਿਹੜੀ ਲੋਕਾਂ ਦੀ ਉਜਾਗਰ ਕੀਤੀ ਆ, ਔਰ ਇਹਦੇ ਲਈ ਅਸੀਂ ਸ਼ਰਮਿੰਦਗੀ ਵੀ ਮਹਿਸੂਸ ਕਰ ਰਹੀ ਹਾਂ ਬੀਇੰਗ ਅ ਲੇਡੀ ਮੈਂ। ਔਰ ਮੇਰਾ ਅੱਜ ਆਤਮਾ ਜਿਹੜੀ ਉਹ ਰੋ ਵੀ ਰਹੀ ਆ ਕਿ ਅਸੀਂ ਸਾਡੇ ਹਲਕੇ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਹੋ ਜਾਣਗੇ ਧੀਆਂ ਭੈਣਾਂ ਦੇ, ਅਸੀਂ ਇੱਜ਼ਤਾਂ ਦੇ ਰਾਖੇ ਗਿਣੇ ਜਾਣ ਵਾਲੇ ਪੰਜਾਬੀ ਹਾਂ। ਔਰ ਇਸ ਤਰ੍ਹਾਂ ਦਾ ਸਾਡੇ ਸਮਾਜ ਵਿੱਚ ਘਟੀਆ ਜਿਹੜਾ ਕੰਮ ਹੋ ਰਿਹਾ, ਇਹਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਆ। ਅਸੀਂ ਐਂਡ ਤੱਕ ਇਹਨੂੰ ਇਨਸਾਫ ਦਿਵਾਉਣ ਲਈ ਡੇ ਨਾਈਟ ਇੱਕ ਕਰ ਦਾਂਗੇ। ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਸਾਰੇ ਲੋਕ ਆਪਣੀਆਂ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਆਪਸੀ ਮਤਭੇਦ ਆ ਜਿਹੜੇ ਉਹ ਭੁਲਾ ਕੇ ਇੱਕ ਇਨਸਾਨੀਅਤ ਦੇ ਨਾਤੇ ਉਸ ਲੜਕੀ ਨੂੰ ਅੱਜ ਇਨਸਾਫ ਦਿਵਾਉਣ ਦੇ ਲਈ ਇੱਥੇ ਪਹੁੰਚੇ ਨੇ, ਇਕੱਤਰਿਤ ਹੋਏ ਨੇ, ਸਾਰੇ ਇਕੱਠੇ ਹੋਏ ਨੇ। ਔਰ ਕਿਤੇ ਨਾ ਕਿਤੇ ਇਹੀ ਮੰਗ ਹੈ ਕਿ ਬਣਦਾ ਇਨਸਾਫ ਆ ਜਿਹੜਾ ਲੜਕੀ ਨੂੰ ਦਿਵਾਇਆ ਜਾਵੇ, ਔਰ ਜਿਨ੍ਹਾਂ ਨੇ ਘਿਨੌਣੀ ਹਰਕਤ ਕੀਤੀ ਹੈ ਉਹਨਾਂ ਨੂੰ ਜੋ ਕਾਨੂੰਨੀ ਬਣਦੀ ਕਾਰਵਾਈ ਹੈ ਉਹਨਾਂ ਤੇ ਕੀਤੀ ਜਾਵੇ, ਔਰ ਇਸ ਪਰਿਵਾਰ ਨੂੰ ਇਨਸਾਫ ਆ ਜਿਹੜਾ ਦਿਵਾਇਆ ਜਾਵੇ, ਔਰ ਲੜਕੀ ਨੂੰ ਇਸ ਹਸਪੀਟਲ ਤੋਂ ਕਿਸੇ ਹੋਰ ਹਸਪੀਟਲ ਦੇ ਵਿੱਚ ਚੰਗਾ ਇਲਾਜ ਆ ਜਿਹੜਾ ਦਿੱਤਾ ਜਾ ਸਕੇ। ਦੇਖਦੇ ਹਾਂ ਹੁਣ ਅੱਗੇ ਸੀਪੀ ਦਫ਼ਤਰ ਦੇ ਵਿੱਚ ਵੀ ਲੜਕੀ ਨੂੰ ਲੈ ਕੇ ਜਾਇਆ ਜਾਣਾ ਤੇ ਉੱਥੇ ਸੀਪੀ ਸਾਹਿਬ ਤੋਂ ਕੀ ਮੰਗ ਕਰਦੇ ਨੇ, ਕੀ ਆਸ਼ਵਾਸਨ ਦਿੰਦੇ ਨੇ ਸੀਪੀ ਸਾਹਿਬ, ਕੀ ਕਾਰਵਾਈ ਜਿਹੜੀ ਕੀਤੀ ਜਾਏਗੀ। ਸਰ ਇਹ 20 ਤਰੀਕ ਦਾ
ਮਾਮਲਾ ਹੈ, ਪਿੰਡ ਕਬੱਦੀ ਦਾ ਮਾਮਲਾ ਹੈ ਸਰ। ਅਸੀਂ ਚਰਚ ਗਏ ਹੋਏ ਸੀ, ਜਿੱਦਣ ਅਸੀਂ ਸ਼ਾਮ ਨੂੰ 8:30 ਵਜੇ ਘਰੇ ਆਏ ਤੇ ਸਾਡੇ ਘਰ ਪਾਣੀ ਨਹੀਂ ਸੀਗਾ। ਮੈਂ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਠੰਡਾ ਪਾਣੀ ਲੈਣ ਆਈ ਹੋਈ ਸੀਗੀ ਤੇ ਜਿਨ੍ਹਾਂ ਨਾਲ ਸਾਡੀ ਲੜਾਈ ਹੋਈ ਉਹਨਾਂ ਦੇ ਪਹਿਲਾਂ ਵੀ ਕਾਫੀ ਇੰਨੇ ਕੁ ਕੇਸ ਨੇ, ਮੈਨੂੰ ਨਹੀਂ ਪਤਾ, ਪਰ ਉਹ ਬਹੁਤ ਗੁੰਡੇ ਮਵਾਲੀ ਬਹੁਤ ਜ਼ਿਆਦਾ ਕਰਦੇ ਆ। ਜਦੋਂ ਮੈਂ ਉਹ ਸਾਡੀ ਗੱਡੀ ਸਾਈਡ ਤੇ ਲਗਾਈ ਸੀ ਪਿੰਡ ਦੇ ਦਰਵਾਜ਼ੇ ਕੋਲ ਤੇ ਉਹ ਪਹਿਲਾਂ ਇੰਨੀਆਂ ਗੰਦੀਆਂ ਮੰਦੀਆਂ ਗਾਲਾਂ ਕੱਢਦਾ ਪਿਆ ਸੀ ਤੇ ਮੈਂ ਜਦੋਂ ਸੁਣਿਆ ਕਿ ਇਹ ਬੋਲਦਾ ਪਿਆ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਬ੍ਰਦਰ ਇਹ ਸਾਡੀ ਗੱਡੀ ਖੜੀ ਆ, ਵੀ ਅਸੀਂ ਚਰਚ ਤੋਂ ਆਏ ਆ, ਵੀ ਅਸੀਂ ਹੁਣੀ ਉਹ ਦੀਦੀ ਹੁਣੀ ਛੱਡ ਕੇ ਸਾਨੂੰ ਚਲੇ ਜਾਣਗੇ ਸੀ। ਮੈਂ ਪਾਣੀ ਲੈਣੇ, ਪਾਣੀ ਨਹੀਂ ਸੀ ਸਾਡੇ ਘਰੇ ਤਾਂ ਮੈਨੂੰ ਇੰਨੀਆਂ ਗੰਦੀਆਂ ਮੰਦੀਆਂ ਜਦੋਂ ਗਾਲਾਂ ਕੱਢਦਾ ਪਿਆ ਸੀ, ਕਹਿੰਦੇ ਤੁਸੀਂ ਇੱਥੇ ਦੂਸਰੇ ਪਿੰਡ ਆ ਕੇ ਤੁਸੀਂ ਅੱਜ ਰੋਬ ਮਾਰਦੇ ਹੋ, ਤੁਹਾਡੇ ਤਾਂ ਪਿਓ ਦਾ ਨਹੀਂ ਪਤਾ, ਜਿਹਦੇ ਪਿੱਛੇ ਤੁਸੀਂ ਲੱਗੇ ਹੋਏ, ਜਿਹਨੂੰ ਤੁਸੀਂ ਮੰਨਦੇ ਹੋ ਉਹਦੇ ਪਿਓ ਦਾ ਨਹੀਂ ਪਤਾ। ਪਰ ਬ੍ਰਦਰ ਸਾਡੀ ਕੋਈ ਗਲਤੀ ਨਹੀਂ ਸੀ, ਉਹਨਾਂ ਨੇ ਸਾਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ, ਮੇਰੀ ਮੰਮੀ ਨੂੰ ਵੀ ਮਾਰਿਆ, ਸਾਡੇ ਕੱਪੜੇ ਤੱਕ ਫਾੜਤੇ, ਉਹਨਾਂ ਨੇ ਸਾਡੇ ਨਾਲ ਇੰਨਾ ਬੁਰਾ ਸਲੂਕ ਕੀਤਾ। ਉਹ ਸਾਡੇ ਪਿੰਡ 'ਚ ਹੀ ਰਹਿੰਦੇ ਨੇ, ਮਨਜੀਤ ਸਿੰਘ ਉਹਦਾ ਨਾਂ, ਉਹਦੇ ਮੁੰਡੇ ਨੇ ਵੀ ਸਾਡੇ ਨਾਲ ਬਹੁਤ ਬੁਰੇ ਤਰੀਕੇ ਨਾਲ ਕੀਤਾ। ਉਹਨਾਂ ਨੇ ਸਾਡੇ ਕੱਪੜੇ ਤੱਕ ਫਾੜੇ, ਇੱਥੇ ਤੱਕ ਸਾਡੇ ਹੱਥ ਪਾਇਆ। ਉਹਦੇ ਮਨਜੀਤ ਸਿੰਘ ਦੇ ਬੇਟੇ ਨੇ, ਉਹਦੀ ਬੇਟੀ ਨੇ, ਉਹਦੀ ਮਨਜੀਤ ਸਿੰਘ ਦੇ ਘਰ ਵਾਲੇ ਨੇ, ਉਹਦੇ ਭਰਾ ਨੇ, ਸਾਰਾ ਪਿੰਡ ਗਵਾਇਆ। ਉਹਨਾਂ ਨੇ ਸਾਨੂੰ ਇੰਨੇ ਬੁਰੀ ਤਰੀਕੇ ਨਾਲ ਮਾਰਿਆ। ਅਸੀਂ ਕੀਤੀ ਸੀਗੀ ਜਦੋਂ ਪੁਲਿਸ ਕੰਪਲੇਂਟ, ਜਦੋਂ ਪੁਲਿਸ ਸਾਡਾ ਬਿਆਨ ਲੈਣ ਆਈ, ਉਹ ਕਹਿੰਦੇ ਤੁਹਾਡੇ ਕੋਈ ਇਦਾਂ ਦੀ ਸੱਟ ਹੈ ਨਹੀਂ ਜਿਹਦੇ ਕਰਕੇ ਅਸੀਂ ਕੋਈ ਪਰਚਾ ਦਰਜ ਕਰੀਏ। ਕਹਿੰਦੇ ਤੁਹਾਡਾ ਕੇਸ ਜਿਹੜਾ ਤੁਹਾਡਾ ਪਰਚਾ ਹੈ ਬਿਲਕੁਲ ਜ਼ੀਰੋ ਆ। ਬ੍ਰਦਰ ਤੁਸੀਂ ਦੇਖ ਸਕਦੇ ਅੱਜ 6-7 ਦਿਨ ਹੋ ਗਏ, ਮੇਰੀ ਸਿਸਟਰ ਬਿਮਾਰ ਪਈ ਹੈ, ਇਹਨੂੰ ਬਿਲਕੁਲ ਵੀ ਹੋਸ਼ ਨਹੀਂ ਹੈ, ਇਹਦਾ ਗਲਾ ਫੜ ਕੇ ਇਹਨਾਂ ਨੂੰ ਬਾਲ ਫੜ ਕੇ ਕਿਸੇ ਨੇ ਨਹੀਂ ਛੱਡਿਆ। ਇਹ ਅਜੇ ਤੱਕ ਇਦਾਂ ਹੀ ਆ। ਸਾਨੂੰ ਸਿਰਫ ਇਨਸਾਫ ਚਾਹੀਦਾ ਕਿ ਜੇ ਸਾਡੇ ਪਾਪਾ ਨੇ ਜਾਂ ਬ੍ਰਦਰ ਨੇ ਕਿ ਸਾਡਾ ਕਿਤੇ ਵੀ ਇਨਸਾਫ ਨਹੀਂ ਹੋਣਾ ਅੱਜ ਸਾਡੇ ਨਾਲ ਹੋਇਆ। ਅਸੀਂ ਡੇਲੋ ਥਾਣੇ ਵਿੱਚ ਕੰਪਲੇਂਟ ਕੀਤੀ ਸੀ, ਪਰ ਕਿਹਾ ਸੀਗਾ ਵੀ ਇਹ ਮਾਮਲਾ ਦਰਜ ਨਹੀਂ ਹੋਣਾ। ਇਹ ਉਹਨਾਂ ਨੇ ਕਿਹਾ ਸੀ ਜਿਹੜਾ ਸਾਡੇ ਬਿਆਨ ਲੈਣ ਆਏ ਸੀਗੇ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਹੀ ਮੰਗ ਕਰਦੇ ਕਿ ਜਿਹੜਾ ਕੁਝ ਅੱਜ ਸਾਡੇ ਨਾਲ ਹੋਇਆ ਕਿਸੇ ਦੀ ਧੀ ਭੈਣ ਨਾਲ ਇਸ ਤਰ੍ਹਾਂ ਨਾ ਹੋਵੇ। ਮਨਜੀਤ ਸਿੰਘ ਉਹਦੇ ਬ੍ਰਦਰ ਸਿਕੰਦਰ ਸਿੰਘ ਨਾਲ, ਉਹਦੇ ਬੇਟੇ ਨਾਲ, ਉਹਦੀ ਘਰ ਵਾਲੀ ਤੇ ਉਹਦੀ ਬੇਟੀ ਸੀਗੀ, ਉਹਨਾਂ ਸਾਰੇ ਪੰਜਾਂ ਉਹਨਾਂ ਨਾਲ ਹੀ ਹੋਈ ਸੀ। ਅੱਜ ਮੇਰੀ ਸਿਸਟਰ ਨੂੰ ਡਾਕਟਰ ਵੀ ਕਹਿੰਦੇ ਤੁਸੀਂ ਕਿਤੇ ਹੋਰ ਲੈ ਜਾਓ, ਅਸੀਂ ਇਹਦਾ ਇਲਾਜ ਨਹੀਂ ਕਰ ਸਕਦੇ, ਇਹਨੂੰ ਹਜੇ ਤੱਕ ਕੋਈ ਹੋਸ਼ ਨਹੀਂ ਹੈ। ਉਹ ਕਹਿੰਦੇ ਸਾਨੂੰ ਕੁਝ ਨਹੀਂ ਪਤਾ, ਤੁਸੀਂ ਇਹਨੂੰ ਲੈ ਜਾਓ, ਇਹ ਬੋਲਣ ਦੀ ਹਾਲਤ 'ਚ ਨਹੀਂ ਹੈ। ਹੁਣ ਤੁਹਾਡੀ ਮਦਦ ਲਈ ਕੌਣ ਅੱਗੇ ਆਇਆ? ਸਾਡੀ ਮਦਦ ਲਈ ਸਾਡੇ ਪਿੰਡ ਵਾਲੇ, ਸਾਡੇ ਮਸੀਹ ਭਾਈਚਾਰੇ ਸਾਡੀ ਮਦਦ ਕਰਨ ਲਈ ਆਏ ਆ, ਕਿਉਂਕਿ ਅਸੀਂ ਚਰਚ ਜਾਂਦੇ ਹਾਂ। ਸੀਪੀ ਦਫ਼ਤਰ ਆਇਓ, ਕੀ ਮੰਗ ਲੈ ਕੇ? ਅਸੀਂ ਇਹੀ ਮੰਗ ਕਰਨ ਆਏ ਆ ਕਿ ਸਾਡੀ ਮਦਦ ਕੀਤੀ ਜਾਵੇ, ਤਾਂ ਸਾਨੂੰ ਇਨਸਾਫ ਚਾਹੀਦਾ। ਅੱਜ ਉਹਨਾਂ ਦੋਸ਼ੀ ਨੂੰ ਫੜਿਆ ਜਾਵੇ, ਕਿਉਂਕਿ ਉਹ ਹੋਰ ਵੀ ਕਿਸੇ ਨਾਲ ਇਸ ਤਰ੍ਹਾਂ ਕਰਨਗੇ। ਉਹ ਸਾਨੂੰ ਕਹਿੰਦੇ ਜੇ ਪਿੰਡ 'ਚ ਕੁੜੀਆਂ ਬੜੀਆਂ ਕਹਿੰਦੇ ਅਸੀਂ ਇਹਨਾਂ ਨੂੰ ਮਾਰ ਦੇਣਾ ਆ। ਸਿਕੰਦਰ ਸਿੰਘ ਹਜੇ ਵੀ ਕੁਛ ਨਹੀਂ, ਸਾਰੇ ਪਿੰਡਾਂ 'ਚ ਇਹੀ ਰੋਲਾ ਪਾ ਰਿਹਾ, ਕਹਿੰਦੇ ਮੈਂ ਇਹਨਾਂ ਨੂੰ ਮਾਰ ਦੇਣਾ, ਮੈਂ ਪਿੰਡ 'ਚ ਨਹੀਂ ਇਹਨਾਂ ਨੂੰ ਵੜਨ ਦੇਣਾ। ਤੁਸੀਂ ਉਸ ਪਿੰਡ ਵਿੱਚ ਕਦੋਂ ਦੇ ਰਹਿ ਰਹੇ ਹੋ? ਸਾਨੂੰ ਜਦੋਂ ਅਸੀਂ ਛੋਟੇ ਸੀ, ਸਾਨੂੰ ਘੱਟੋ ਘੱਟ 20-25 ਸਾਲ ਹੋ ਗਏ ਉਸ ਪਿੰਡ 'ਚ ਰਹਿੰਦਿਆਂ ਨੂੰ। ਸੋ ਤੁਸੀਂ ਦੇਖ ਸਕਦੇ ਹੋ ਕਿ ਹਸਪੀਟਲ ਤੋਂ ਬੱਚੀ ਨੂੰ ਸਿੱਧਾ ਸੀਪੀ ਆਫਿਸ ਲਿਜਾਇਆ ਗਿਆ, ਨਾ ਕਿ ਬਲਕਿ ਕਿਸੇ ਦੂਸਰੇ ਹਸਪੀਟਲ ਲੈ ਜਾਣ ਦੀ ਬਜਾਏ ਸੀਪੀ ਆਫਿਸ ਲੈ ਕੇ ਆਇਆ ਗਿਆ। ਐਲਬਰਟ ਸਾਹਿਬ ਸਾਡੇ ਨਾਲ ਮੌਜੂਦ ਨੇ। ਐਲਬਰਟ ਸਾਹਿਬ ਤੁਸੀਂ ਭਾਵੁਕ ਹੋ ਗਏ ਹੋ, ਹਸਪੀਟਲ ਲੈ ਜਾਣ ਦੀ ਬਜਾਏ ਇੱਥੇ ਤੁਸੀਂ ਆਏ ਹੋ। ਭਾਜੀ ਕਿਤੇ ਇਨਸਾਫ ਨਹੀਂ ਬਚਿਆ। ਇਹ ਕਿੱਡੀ ਵੱਡੀ ਘਟਨਾ ਡੇਲੋ ਥਾਣੇ ਦੇ ਅੰਤਰਗਤ ਹੋਈ ਹੈ, ਕਬੱਦੀ ਪਿੰਡ ਦੇ ਵਿੱਚ, ਜਿੱਥੇ 3 ਯਤੀਮ ਬੱਚੀਆਂ ਜਿਹੜੀਆਂ ਮਾਸੂਮ ਨੇ, ਉਹਨਾਂ ਨੂੰ ਸ਼ਰੇਆਮ ਪਿੰਡ ਦੇ ਧਨਾਕੜ ਬੰਦਿਆਂ ਨੇ ਕੁੱਟਿਆ ਅਤੇ ਉਹਨਾਂ ਦੀ ਮਾਂ ਨੂੰ ਬੇਇੱਜ਼ਤ ਕੀਤਾ, ਕੱਪੜੇ ਪਾੜੇ ਗਏ, ਉਹਨਾਂ ਦੇ ਵਾਲ ਪੱਟੇ ਗਏ। ਪਰ ਅੱਜ ਤੱਕ ਇਹ ਐਡਮਿਨਿਸਟ੍ਰੇਸ਼ਨ ਸੁੱਤੀ, ਉਹਨਾਂ ਦੀ ਸਾਰ ਲੈਣ ਨਹੀਂ ਭੇਜੀ। ਅੱਜ ਜੇ ਉਹਦੀ ਹਾਲਾਤ ਦਿਖਾਣ ਅਸੀਂ ਸੀਪੀ ਆਫਿਸ ਵੀ ਆਏ ਹਾਂ ਤਾਂ ਕਿਸੇ ਅਫਸਰ ਨੇ ਮੁਨਾਸਬ ਨਹੀਂ ਸਮਝਿਆ ਵੀ ਇੱਕ ਵਾਰੀ ਬੱਚੀ ਦੇ ਹੱਥ ਜਾਂ ਉਹਦੇ ਪਰਿਵਾਰ ਦੇ ਸਿਰ ਦੇ ਉੱਤੇ ਹੱਥ ਰੱਖਤਾ ਜਾਵੇ। ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਲੇਡੀਜ਼ ਦੀ ਸੁਰੱਖਿਆ ਦੇ ਲਈ ਲੇਡੀਜ਼ ਆਫੀਸਰ ਲਾਏ ਨੇ, ਤਾਂ ਕੀ ਇਹਨਾਂ ਦੇ ਇੱਕ ਵੀ ਆਫੀਸਰ ਇਦਾਂ ਦਾ ਨਹੀਂ ਸੀ ਜਿਹੜਾ ਕੁੜੀਆਂ ਦੀ ਬਿਆਨ ਲੈਣ ਜਾ ਸਕੇ? ਜਦੋਂ ਵੀ ਉੱਥੇ ਬਿਆਨ ਲਿਜਾਣ ਦੀ ਗੱਲ ਕੀਤੀ ਤਾਂ ਉੱਥੇ ਜੈਂਟਸ ਆਫੀਸਰ ਗਏ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਤੁਸੀਂ ਸੱਚ ਨਹੀਂ ਬੋਲਣਾ। ਉਹਨਾਂ ਦੀ ਜਾਤੀ, ਉਹ ਵਾਲਮੀਕ ਪਰਿਵਾਰ ਨਾਲ ਸੰਬੰਧ ਕਰਦੇ ਨੇ ਤੇ ਚਰਚ ਜਾਂਦੇ ਨੇ। ਉਹ ਚਰਚ ਜੇ ਸੁਣਨ ਚੱਲ ਗਏ, ਉਹਨਾਂ ਨੂੰ ਬਹੁਤ ਜ਼ਿਆਦਾ ਬੇਇੱਜ਼ਤ ਕੀਤਾ ਗਿਆ ਤੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਕੀਤੇ ਗਏ ਤੇ ਸ਼ਬਦਾਂ ਯੂਜ਼ ਕੀਤੇ ਗਏ ਤੇ ਘਟੀਆਂ ਗਾਲਾਂ ਕੱਢੀਆਂ ਗਈਆਂ। ਅੱਜ ਮੈਂ ਇਹ ਸਿਸਟਮ ਦੇਖ ਕੇ ਮੈਨੂੰ ਰੋਣਾ ਆ ਰਿਹਾ ਕਿ ਅੱਜ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੈ। ਬਸ ਬਹੁਤ ਮੈਂ ਦੁਖੀ ਹਾਂ ਵੀ ਇੱਥੇ ਕੀ ਹੋ ਰਿਹਾ, ਕਿ ਅਸੀਂ ਇੰਨੇ ਅਛੂਤ ਆ ਵੀ ਅਸੀਂ ਦਫ਼ਤਰਾਂ 'ਚ ਸੁਣਵਾਈ ਲਈ ਨਹੀਂ ਜਾ ਸਕਦੇ। ਸਿਰਫ ਸੁਣਵਾਈ ਦੇ ਲਈ ਵੱਡਿਆਂ ਦੀ ਸੁਣਵਾਈ ਹੁੰਦੀ ਹੈ, ਜਦੋਂ ਕੋਈ ਸੀਨੀਅਰ ਇਹਨਾਂ ਨੂੰ ਕਹਿੰਦਾ, ਨਹੀਂ ਤਾਂ ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਹੈ। ਪਬਲਿਕ ਸਰਵੈਂਟ ਕਹਾਣਦੇ ਨੇ। ਅੱਜ ਵੱਡੇ ਅਫਸਰ ਅਸਤੀਫੇ ਦੇ ਰਹੇ ਨੇ। ਕਿਉਂ ਦੇ ਰਹੇ ਨੇ? ਕਿਉਂਕਿ ਉਹ ਘੁੱਟਣ ਮਹਿਸੂਸ ਕਰ ਰਹੇ ਹੋ, ਆਪਣੀ ਡਿਊਟੀ ਨਹੀਂ ਨਿਭਾ ਸਕਦੇ। ਮੈਂ ਸਮਾਜ ਕੋਲ ਮੰਗ ਕਰੂੰਗਾ ਕਿ ਪਰਿਵਾਰ ਦੇ ਮਦਦਗਾਰ ਮਸੀਹਾ ਬਣ ਕੇ ਅੱਗੇ ਆਉਣ, ਤਾਂ ਕਿ ਇਹ ਯਤੀਮ ਬੱਚਿਆਂ ਨੂੰ ਤਾਂ ਵਿਧਵਾ ਮਾਂ ਨੂੰ ਅਸੀਂ ਇਨਸਾਫ ਦਿਵਾ ਸਕੀਏ। ਐਲਬਰਟ ਸਾਹਿਬ ਅੱਜ ਤੁਸੀਂ ਇੱਥੇ ਆਏ ਹੋ, ਸੀਪੀ ਸਾਹਿਬ ਨੇ ਕੀ ਆਸ਼ਵਾਸਨ?
ਭਾਜੀ ਮੈਂ ਤੁਹਾਨੂੰ ਸਿੱਧਾ ਦੱਸਦਾ ਵੀ ਸਾਨੂੰ ਆਸ਼ਵਾਸਨ ਉਹਨਾਂ ਨੇ ਕੀਤਾ, ਉਹ ਕਹਿੰਦੇ ਹਸਪੀਟਲ ਲੈ ਕੇ ਜਾਓ, ਉੱਥੇ ਹੀ ਟੀਮ ਆਊਗੀ। ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਕਿਸੇ ਕੋਲ ਇੰਨਾ ਵਕਤ ਵੀ ਨਹੀਂ ਸੀ ਉਹਦਾ ਵਿਚਾਰੀ ਦਾ ਹਾਲ ਚਾਲ ਜਾਂ ਪਰਿਵਾਰ ਦਾ ਪਤਾ ਲੈ ਸਕਣ। ਸੋ ਤੁਸੀਂ ਦੇਖ ਸਕਦੇ ਹੋ ਕਿ ਭਾਵੁਕ ਹੋ ਗਏ ਨੇ ਐਲਬਰਟ ਦੂਆ, ਜੋ ਕਿ ਯੂਨਾਈਟਿਡ ਕ੍ਰਿਸਚੀਅਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਸ਼ਾਇਦ ਪੁਲਿਸ ਕੋਲੇ ਵੀ ਇੰਨਾ ਸਮਾਂ ਨਹੀਂ ਹੈ ਕਿ ਬਾਹਰ ਨਿਕਲ ਕੇ ਆ ਕੇ ਆਪਣੇ ਦਫ਼ਤਰਾਂ ਦੇ ਵਿੱਚੋਂ ਬੱਚੀ ਦਾ ਹਾਲ ਚਾਲ ਆ ਜਿਹੜਾ ਦੇਖਿਆ ਜਾ ਸਕੇ। ਕਿਤੇ ਨਾ ਕਿਤੇ ਭਾਵੁਕ ਜ਼ਰੂਰ ਹੋਏ ਨੇ, ਔਰ ਫਿਲਹਾਲ ਲੋੜ ਹੈ ਬੱਚੀ ਨੂੰ ਇਲਾਜ ਦੀ, ਤਾਂ ਜਿਸ ਦੇ ਲਈ ਬੱਚੀ ਨੂੰ ਇੱਥੋਂ ਇਲਾਜ ਦੇ ਲਈ ਲੁਧਿਆਣਾ ਦੇ CMC ਹਸਪੀਟਲ ਵਿਖੇ ਲਿਜਾਇਆ ਜਾ ਰਿਹਾ, ਔਰ ਉੱਥੇ ਜਿਹੜਾ ਇਲਾਜ ਆ ਉਸ ਲੜਕੀ ਦਾ ਉਹ ਕਰਾਇਆ ਜਾਏਗਾ ਕਿ ਲੜਕੀ ਜਿਹੜੀ 6 ਦਿਨ ਤੋਂ ਬੇਹੋਸ਼ ਪਈ ਹੈ, ਕਿ ਆਖਿਰਕਾਰ ਉਸ ਨੂੰ ਸਹੀ ਟ੍ਰੀਟਮੈਂਟ ਆ ਜਿਹੜਾ ਕਿਉਂ ਨਹੀਂ ਮਿਲਿਆ ਹਜੇ ਤੱਕ। ਤਾਂ ਉਸ ਨੂੰ CMC ਹਸਪੀਟਲ ਦੇ ਵਿੱਚ ਲੈ ਜਾਇਆ ਜਾ ਰਿਹਾ ਉਸ ਦਾ ਇਲਾਜ ਕਰਨ ਦੇ ਲਈ। ਤਾਂ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਬੰਦਿਆਂ ਨੇ ਇਸ ਲੜਕੀ ਦੇ ਨਾਲ ਕੁੱਟਮਾਰ ਕੀਤੀ ਹੈ ਕਿ ਉਹਨਾਂ ਤੇ ਕੀ ਕਾਰਵਾਈ ਹੁੰਦੀ ਹੈ, ਔਰ ਕਿਸ ਤਰ੍ਹਾਂ ਦਾ ਇਨਸਾਫ ਆ ਜਿਹੜਾ ਇਸ ਲੜਕੀ ਨੂੰ ਮਿਲਦਾ। ਕੈਮਰਾਮੈਨ ਸੰਦੀਪ ਸੋਨੀ ਦੇ ਨਾਲ ਵਿਸ਼ਾਲ ਸ਼ਾਰਦਾ, ਦੇਸ਼ ਵਿਦੇਸ਼ ਟਾਈਮਜ਼, ਲੁਧਿਆਣਾ।